channel DJ EduTech. Networking, its type and importance of networking. ਇਸ ਟੌਪਿਕ ਦੇ ਵਿੱਚ ਆਪਾਂ ਡਿਟੇਲ ਦੇ ਵਿੱਚ ਕਰਾਂਗੇ ਨੈਟਵਰਕਿੰਗ ਕਹਿੰਦੇ ਕਿਹਨੂੰ ਆ, ਉਹਦੀਆਂ ਟਾਈਪਸ ਕਿਹੜੀਆਂ ਐਂਡ ਨੈਟਵਰਕਿੰਗ ਦੀ ਸਾਡੀ ਲਾਈਫ ਦੇ ਵਿੱਚ ਇੰਪੋਰਟੈਂਸ ਕੀ ਆ। ਸੋ ਸਟਾਰਟ ਵਿਦ what is networking? First of all, introduction wise. A computer network is a group of computer systems and other computing hardware devices that are linked together through communication channels to facilitate communication and resource sharing among a wide range of users. Computer network ਹੁੰਦਾ ਕੀ ਆ? That is a group of computer systems ਜਿੱਥੇ computer systems ਦਾ group ਐਂਡ ਹੋਰ ਜਿਹੜੇ ਹਾਰਡਵੇਅਰ ਡਿਵਾਈਸਿਸ ਆ ਉਹ ਇਕੱਠੇ ਹੋਏ ਨੇ, ਲਿੰਕਡ ਹੋਏ ਨੇ। ਕਾਹਦੇ ਨਾਲ ਲਿੰਕਡ ਹੋਏ ਨੇ? ਕਮਿਊਨੀਕੇਸ਼ਨ ਚੈਨਲਸ ਦੇ ਨਾਲ। ਕਾਹਦੇ ਲਈ ਹੋਏ ਨੇ? ਟੂ ਫੈਸਿਲੀਟੇਟ ਕਮਿਊਨੀਕੇਸ਼ਨ ਅਮੰਗ ਆ ਵਾਈਡ ਰੇਂਜ ਆਫ ਯੂਜ਼ਰਸ, ਬਹੁਤ ਸਾਰੇ ਯੂਜ਼ਰਸ ਤੱਕ ਰਿਸੋਰਸ ਸ਼ੇਅਰਿੰਗ ਦੇ ਲਈ। ਦੈਟ ਇਜ਼ ਅ ਨੈਟਵਰਕਿੰਗ। The basic reasons for using network computers are ਕਿਹੜੇ ਕਾਰਨ ਨੇ ਕਿਉਂ ਅਸੀਂ ਨੈਟਵਰਕਿੰਗ ਨੂੰ ਯੂਜ਼ ਕਰਦੇ ਹਾਂ ਕੰਪਿਊਟਰਸ ਦੇ ਉੱਪਰ। ਫਸਟ ਰੀਜ਼ਨ ਇਜ਼ ਟੂ ਸ਼ੇਅਰ ਕੰਪਿਊਟਰ ਰਿਸੋਰਸਿਸ ਲਾਈਕ ਹਾਰਡ ਡਿਸਕ, ਪ੍ਰਿੰਟਰ, ਸਕੈਨਰਸ ਐਂਡ CPU that is central processing unit। ਇਹਨਾਂ ਸਾਰੀਆਂ ਰਿਸੋਰਸਿਸ ਨੂੰ ਸ਼ੇਅਰ ਕਰਨ ਦੇ ਲਈ ਵੀ ਆਰ ਯੂਜ਼ਿੰਗ ਨੈਟਵਰਕਿੰਗ। ਸੈਕੰਡਲੀ, ਟੂ ਸ਼ੇਅਰ ਡਾਟਾ ਫਾਈਲਸ ਓਵਰ ਦਾ ਨੈਟਵਰਕ। ਫਾਈਲਸ ਇੱਧਰੋਂ ਤੇ ਉੱਧਰੋਂ ਇੱਕ ਸਿਸਟਮ ਤੋਂ ਦੂਜੇ ਸਿਸਟਮ, ਦੂਸਰੇ ਤੋਂ ਤੀਸਰੇ, ਇੱਦਾਂ ਸਾਰੀਆਂ ਫਾਈਲਸ ਨੂੰ ਮੂਵ ਕਰਨ ਦੇ ਲਈ ਵੀ ਆਰ ਯੂਜ਼ਿੰਗ ਨੈਟਵਰਕਿੰਗ। ਥਰਡ, ਟੂ ਸ਼ੇਅਰ ਐਪਲੀਕੇਸ਼ਨ ਸੌਫਟਵੇਅਰ ਲਾਈਕ accounting software sharing ਦੇ ਲਈ ਵੀ we are using networking। and fourth is to have communication such as online learning। ਬਹੁਤ ਸਾਰੀ ਕਮਿਊਨੀਕੇਸ਼ਨ ਆ ਜਿਹੜੀ ਅਸੀਂ ਨੈਟਵਰਕਿੰਗ ਦੇ ਥਰੂ, ਨੈਟਵਰਕ ਦੇ ਥਰੂ ਅਸੀਂ ਕਰ ਸਕਦੇ ਹਾਂ। ਲਾਈਕ ਐਗਜ਼ਾਮਪਲ ਇਜ਼ ਆਨਲਾਈਨ ਲਰਨਿੰਗ। ਸੋ ਨੈਟਵਰਕਿੰਗ ਬਹੁਤ ਹੀ ਬੈਨੀਫਿਸ਼ੀਅਲ ਆ। ਇਹ ਸਾਰੀਆਂ ਚੀਜ਼ਾਂ ਨੂੰ ਇੱਕ ਪਲੇਸ ਤੋਂ ਦੂਸਰੀ ਪਲੇਸ ਤੱਕ ਮੂਵ ਕਰਵਾਉਣ ਦੇ ਲਈ, ਔਰ ਇੱਕ ਪਲੇਸ ਤੋਂ ਦੂਸਰੀ ਫਾਈਲ, ਦੂਸਰੇ ਪਲੇਸ ਤੋਂ ਤੀਸਰੀ ਫਾਈਲ ਮੂਵ ਕਰਦੀ ਹੈ ਐਂਡ ਈਜ਼ੀ ਹੋ ਜਾਂਦਾ ਕਿਸੇ ਵੀ ਲਰਨਰ ਨੂੰ ਪ੍ਰੋਸੈਸ ਨੂੰ ਫੋਲੋ ਕਰਨਾ। ਦੈਨ ਕਮਸ ਐਡਵਾਂਟੇਜਿਸ ਆਫ ਕੰਪਿਊਟਰ ਨੈਟਵਰਕ। ਕੰਪਿਊਟਰ ਨੈਟਵਰਕ ਦੀਆਂ ਐਡਵਾਂਟੇਜਿਸ ਕੀ ਨੇ, ਕੀ ਅਸੀਂ ਕਰ ਸਕਦੇ ਹਾਂ ਕੰਪਿਊਟਰ ਦੇ ਨੈਟਵਰਕ ਦੇ ਥਰੂ। ਫਸਟ ਇਜ਼ ਫਾਈਲ ਸ਼ੇਅਰਿੰਗ। ਅਸੀਂ ਫਾਈਲਸ ਨੂੰ ਸ਼ੇਅਰ ਕਰ ਸਕਦੇ ਹਾਂ। ਫਾਈਲਸ ਨੂੰ ਕਿੱਦਾਂ ਸ਼ੇਅਰ ਕਰ ਸਕਦੇ ਹਾਂ? ਫਾਈਲਸ ਇੱਕ ਕੰਪਿਊਟਰ ਤੋਂ ਦੂਸਰੇ ਸਿਸਟਮ ਤੱਕ ਕੋਈ ਵੀ ਫਾਈਲ ਈਜ਼ੀਲੀ ਅਸੀਂ ਇੱਧਰ ਤੇ ਉੱਧਰ ਸ਼ੇਅਰ ਕਰ ਸਕਦੇ ਹਾਂ ਨੈਟਵਰਕਿੰਗ ਦੇ ਨਾਲ। ਸੈਕਿੰਡ ਜਿਹੜਾ ਮੇਨ ਹੈ ਦੈਟ ਇਜ਼ ਰਿਸੋਰਸ ਸ਼ੇਅਰਿੰਗ। ਰਿਸੋਰਸ ਸ਼ੇਅਰਿੰਗ ਆ ਦੈਟ ਇਜ਼ ਅ ਵਾਸਟ ਟਰਮ। ਇਸ ਰਿਸੋਰਸ ਸ਼ੇਅਰਿੰਗ ਦੇ ਵਿੱਚ ਅਸੀਂ ਬਹੁਤ ਸਾਰੇ ਰਿਸੋਰਸਿਸ ਨੂੰ ਇੱਧਰ ਉੱਧਰ ਸ਼ੇਅਰ ਕਰ ਸਕਦੇ ਹਾਂ। ਥਰਡ ਇਜ਼ ਬੈਟਰ ਕਨੈਕਟੀਵਿਟੀ ਐਂਡ ਕਮਿਊਨੀਕੇਸ਼ਨ ਦੈਟ ਬਿਕਮਸ ਈਜ਼ੀ। ਜੇ ਸਾਨੂੰ ਕਨੈਕਟੀਵਿਟੀ ਦੀ ਜਾਂ ਕਮਿਊਨੀਕੇਸ਼ਨ ਦੀ ਪ੍ਰੋਬਲਮ ਆ ਦੈਟ ਕੈਨ ਬੀ ਸੋਲਵ ਬਾਈ ਦੀ ਨੈਟਵਰਕ। ਫੋਰਥ ਇਜ਼ ਫॉर ਇੰਟਰਨੈਟ ਅਸੈਸ। ਇੰਟਰਨੈਟ ਨੂੰ ਅਸੈਸ ਕਰਨ ਦੇ ਲਈ ਵੀ ਅਸੀਂ ਕੰਪਿਊਟਰ ਨੈਟਵਰਕ ਨੂੰ ਯੂਜ਼ ਕਰਦੇ ਹਾਂ। ਐਂਡ ਫਿਫਥ ਇਜ਼ ਫॉर ਐਂਟਰਟੇਨਮੈਂਟ। ਕਿਸੇ ਵੀ ਐਂਟਰਟੇਨਮੈਂਟ ਪੁਆਇੰਟ ਆਫ ਵਿਊ ਤੋਂ ਜਦੋਂ ਅਸੀਂ ਯੂਜ਼ ਕਰਨਾ ਹੁੰਦਾ ਤਾਂ ਉਸ ਟਾਈਮ 'ਤੇ ਜੇ ਅਸੀਂ ਫੋਰ ਐਗਜ਼ਾਮਪਲ ਵੀ ਆਰ ਪਲੇਇੰਗ ਦਾ ਗੇਮਸ, ਅਸੀਂ ਗੇਮ ਪਲੇ ਕਰਦੇ ਹਾਂ। ਜੇ ਸਾਡੇ ਕੋਲ ਕੰਪਿਊਟਰ ਨੈਟਵਰਕ ਨਹੀਂ ਹੋਊਗਾ ਜਾਂ ਨੈਟਵਰਕ ਐਡਵਾਂਸ ਵਿੱਚ ਨਹੀਂ ਹੋਊਗਾ ਤਾਂ ਫਿਰ ਅਸੀਂ ਕੋਈ ਗੇਮ ਨਹੀਂ ਪਲੇ ਕਰ ਸਕਦੇ, ਕੋਈ YouTube ਵੀਡੀਓ ਨਹੀਂ ਦੇਖ ਸਕਦੇ। ਅਸੀਂ ਆਪਣਾ ਐਂਟਰਟੇਨਮੈਂਟ ਕਿੱਦਾਂ ਕਰਾਂਗੇ? ਐਂਟਰਟੇਨਮੈਂਟ ਕਰਨ ਦੇ ਲਈ ਸਾਨੂੰ ਕੰਪਿਊਟਰ ਨੈਟਵਰਕ ਦਾ ਹੋਣਾ ਸਾਡੇ ਕੋਲ ਬਹੁਤ ਹੀ ਕੀ ਆ, ਜ਼ਰੂਰੀ ਆ। ਇਟ ਇਜ਼ ਇੰਪੋਰਟੈਂਟ ਵੀ ਆਰ ਹੈਵਿੰਗ ਅ ਕੰਪਿਊਟਰ ਨੈਟਵਰਕ। ਥਰਡ ਇਜ਼ ਸੈਂਟਰਲਾਈਜ਼ਡ ਸੋਫਟਵੇਅਰ ਮੈਨੇਜਮੈਂਟ। ਸੋਫਟਵੇਅਰ ਨੂੰ ਮੈਨੇਜ ਕਰਨ ਦੇ ਲਈ ਵੀ ਇਟਸ ਅ ਨੀਡ ਟੂ ਹੈਵ ਵਿਦਿਨ ਅਸ ਆ ਕੰਪਿਊਟਰ ਨੈਟਵਰਕਸ। ਐਂਡ ਜਿਹੜਾ ਇਹ ਵਾਲਾ ਸਿਸਟਮ ਆ ਕੰਪਿਊਟਰ ਨੈਟਵਰਕਸ ਆ, ਇਹਦੀ ਹੋਰ ਐਡਵਾਂਟੇਜ ਕੀ ਆ ਦੈਟ ਇਜ਼ ਨਾਟ ਐਕਸਪੈਂਸਿਵ। ਇਟ ਇਜ਼
ਇਨਐਕਸਪੈਂਸਿਵ ਸਿਸਟਮ। ਅਸੀਂ ਸਾਰੇ ਦੇਖਦੇ ਹਾਂ ਕਿ ਜਿਹੜਾ ਕੰਪਿਊਟਰ ਨੈਟਵਰਕ ਉਹ ਬਹੁਤ ਹੀ ਜ਼ਿਆਦਾ ਐਕਸਪੈਂਸਿਵ ਨਹੀਂ ਹੈਗਾ, ਉਹ ਬਹੁਤ ਹੀ ਕੀ ਆ ਲੈਸ ਐਕਸਪੈਂਸਿਵ ਆ, ਦੈਟ ਇਜ਼ ਇਨਐਕਸਪੈਂਸਿਵ ਸਿਸਟਮ। ਐਂਡ ਉਸ ਤੋਂ ਨੈਕਸਟ ਇਜ਼ ਇੰਸਟੈਂਟ ਐਂਡ ਦੀ ਮਲਟੀਪਲ ਅਸੈਸ। ਇਹਨੂੰ ਬਹੁਤ ਸਾਰੇ ਲੋਕ ਨੈਟਵਰਕ ਦੇ ਥਰੂ ਅਸੈਸ ਕਰ ਸਕਦੇ ਆ। ਥੀਸ ਆਲ ਆਰ ਦ ਐਡਵਾਂਟੇਜਸ ਆਫ ਦੀ ਕੰਪਿਊਟਰ ਨੈਟਵਰਕ। ਦੈਨ ਐਵਰੀਥਿੰਗ ਹੈਵ ਐਡਵਾਂਟੇਜ, ਸੋ ਉਹਦੀਆਂ ਡਿਸਐਡਵਾਂਟੇਜਿਸ ਤਾਂ ਹੁੰਦੀਆਂ ਹੀ ਹੁੰਦੀਆਂ। ਵਟ ਆਰ ਦ ਡਿਸਐਡਵਾਂਟੇਜਿਸ ਆਫ ਦੀ ਕੰਪਿਊਟਰ ਨੈਟਵਰਕ? ਫਸਟ ਇਜ਼ ਲੈਕ ਆਫ ਡਾਟਾ ਸਿਕਿਉਰਿਟੀ ਐਂਡ ਪ੍ਰਾਈਵੇਸੀ। ਜੋ ਮੇਨ ਆ, ਬਹੁਤ ਹੀ ਪ੍ਰਾਈਵੇਸੀ ਦੀ ਸਾਨੂੰ ਪ੍ਰੋਬਲਮ ਆਉਂਦੀ ਆ ਅਤੇ ਜਿਹੜਾ ਸਾਡਾ ਡਾਟਾ ਵਾ ਉਹ ਸਿਕਿਉਰ ਨਹੀਂ ਰਹਿੰਦਾ। ਸੈਕਿੰਡ, ਕੰਪਿਊਟਰ ਵਾਇਰਸ ਜਾਂ ਕੰਪਿਊਟਰ ਮਾਲਵੇਅਰਸ ਆਉਣੇ ਹੁੰਦੇ ਆ, ਜ਼ਰੂਰੀ ਹੁੰਦੇ ਆ ਜਾਂਦੇ ਆ, ਤਾਂ ਉਹਦੇ ਨਾਲ ਵੀ ਜਿਹੜਾ ਸਾਡਾ ਸਿਸਟਮ ਆ ਉਹ ਕਰਪਟ ਹੋਣ ਦੇ ਚਾਂਸਿਸ ਵੱਧ ਜਾਂਦੇ ਆ। ਲੈਕ ਆਫ ਇੰਡੀਪੈਂਡੈਂਸ, ਰਵਸਟਨੈਸ ਵੀ ਨਹੀਂ ਰਹਿੰਦੀ, ਉਹਦੀ ਵੀ ਇਹਦੇ 'ਚ ਲੈਕ ਆ, ਦੈਟ ਇਜ਼ ਅ ਡਰੋਬੈਕ। ਫਿਰ ਇਹਨੂੰ ਨੈਟਵਰਕ ਦੇ ਉੱਪਰ ਯੂਜ਼ ਕਰਨ ਦੇ ਲਈ ਸਾਨੂੰ ਐਫੀਸ਼ੀਐਂਟ ਪਰਸਨ ਚਾਹੀਦਾ, ਐਫੀਸ਼ੀਐਂਟ ਹੈਂਡਲਰ ਚਾਹੀਦਾ। ਜੇ ਕੋਈ ਵੀ ਇਨਐਫੀਸ਼ੀਐਂਟ ਹੈਂਡਲਰ ਇਹਨੂੰ ਯੂਜ਼ ਕਰੂਗਾ ਤਾਂ ਇਹ ਡਿਸਐਡਵਾਂਟੇਜਸ ਦੇ ਵਿੱਚ ਹੀ ਆਊਗਾ। ਨੈਕਸਟ, what are the uses of the computer network in detail? Now we start with uses of computer network। ਇਹਨੂੰ ਅਸੀਂ ਕਿੱਥੇ use ਕਰ ਸਕਦੇ ਹਾਂ? Firstly, financial services. Second is in business. And third for email services. Fourth for mobile applications. Fifth for directory services, and sixth for teleconferencing. These are the applications of the computer network. So start with financial services. ਫਾਈਨੈਂਸ਼ੀਅਲ ਸਰਵਿਸਿਜ਼ ਅੱਜ ਕੱਲ੍ਹ ਦੇ ਟਾਈਮ 'ਤੇ ਜਿੰਨੀਆਂ ਵੀ ਸਾਡੀਆਂ ਫਾਈਨੈਂਸ਼ੀਅਲ ਸਰਵਿਸਿਜ਼ ਆ, ਦੀਜ਼ ਟੋਟਲੀ ਡਿਪੈਂਡ ਅਪੋਨ ਦੀ ਕੰਪਿਊਟਰ ਨੈਟਵਰਕ। ਅਸੀਂ ਬੜੇ ਹੀ ਈਜ਼ੀ ਵੇ ਦੇ ਵਿੱਚ ਫਾਈਨੈਂਸ਼ੀਅਲ ਸਰਵਿਸਿਜ਼ ਨੂੰ ਅਸੈਸ ਕਰ ਸਕਦੇ ਆ ਕੰਪਿਊਟਰ ਨੈਟਵਰਕ ਦੇ ਉੱਪਰ ਪੂਰੇ ਸੰਸਾਰ ਦੀ। ਲਾਈਕ ਐਗਜ਼ਾਮਪਲ ਲੈਂਦੇ ਹਾਂ, ਤੁਸੀਂ ਕੋਈ ਮਨੀ ਟ੍ਰਾਂਸਫਰ ਕਰਨਾ ਇੱਕ ਪਲੇਸ ਤੋਂ ਦੂਸਰੇ ਪਲੇਸ ਦੇ ਲਈ, ਤਾਂ ਤੁਹਾਨੂੰ ਉਹਦੇ ਲਈ ਕੀ ਚਾਹੀਦਾ? ਕੋਈ ਵੀ ਇਲੈਕਟ੍ਰੋਨਿਕ ਮੀਡੀਆ ਚਾਹੀਦਾ ਤਾਂ ਜੋ ਜਿਹੜੇ ਤੁਹਾਡੇ ਫੰਡਸ ਆ ਉਹ ਟ੍ਰਾਂਸਫਰ ਹੋ ਜਾਣ। ਉਹ ਵਾਲਾ ਮੀਡੀਆ ਜਿਹਦੇ ਕੋਲੇ ਫੰਡ ਟ੍ਰਾਂਸਫਰ ਫੀਚਰ ਹੋਵੇ। ਸੋ ਅਸੀਂ ਯੂਜ਼ ਕਰਦੇ ਹਾਂ, ਲਾਈਕ ਅਸੀਂ ਕਿੱਦਾਂ ਯੂਜ਼ ਕਰ ਲੈਂਦੇ ਹਾਂ, ਬਹੁਤ ਸਾਰੀਆਂ ਹੋਰ ਨੈਟਵਰਕਿੰਗ ਦੀਆਂ ਐਗਜ਼ਾਮਪਲਸ ਆ ਫਾਈਨੈਂਸ਼ੀਅਲ ਏਰੀਆਜ਼ ਦੇ ਵਿੱਚ। ਜਿੱਦਾਂ ਅਸੀਂ ਆਪਣੇ ਪੈਸੇ ਕਢਾਉਣੇ ਆ ਸ਼ਾਮ ਦੇ ਟਾਈਮ 'ਤੇ ਜਾਂ ਰਾਤ ਦੇ ਟਾਈਮ 'ਤੇ ਬੈਂਕ ਬੰਦ ਹੋ ਜਾਂਦੀ ਆ, ਤਾਂ ਵੀ ਕੈਨ ਯੂਜ਼ ATM, ਦੈਟ ਇਜ਼ ਆਟੋਮੈਟਿਕ ਟੈਲਰ ਮਸ਼ੀਨ। ਕਿੰਨਾ ਈਜ਼ੀ ਅਸੈਸ ਆ ATM ਨੂੰ ਯੂਜ਼ ਕਰਨਾ ਐਂਡ ਆਪਣੇ ਮਨੀ ਨੂੰ ਕਲੈਕਟ ਕਰਨਾ। ਤਾਂ ਇਸ ATM ਮਸ਼ੀਨ ਨੇ ਜਿਹੜੀ ਸਾਡੀ ਬਹੁਤ ਸਾਰੀ ਟੈਨਸ਼ਨ ਆ ਮਨੀ ਨੂੰ ਕੈਰੀ ਕਰਨ ਦੀ, ਉਹ ਸਾਰੀ ਰਿਡਿਊਸ ਕਰਤੀ। ਸੈਕਿੰਡ ਇਜ਼ ਫੋਰਨ ਐਕਸਚੇਂਜ ਜਾਂ ਕ੍ਰੈਡਿਟ ਹਿਸਟਰੀ ਰਿਸਰਚ। ਜਿਹੜੀਆਂ ਕੰਪਿਊਟਰ ਨੈਟਵਰਕਸ ਦੇ ਥਰੂ ਜਿਹੜੀਆਂ ਫਾਈਨੈਂਸ਼ੀਅਲ ਸਰਵਿਸਿਜ਼ ਆ, ਅਸੀਂ ਇਹ ਕਹਿ ਸਕਦੇ ਹਾਂ ਬਹੁਤ ਹੀ ਈਜ਼ੀ ਹੋ ਗਈਆਂ। ਈਜ਼ੀ ਅਸੈਸ ਕਰਕੇ ਅਸੀਂ ਕਿਤੋਂ ਵੀ ਕੋਈ ਵੀ ਫਾਈਨੈਂਸ਼ੀਅਲ ਕ੍ਰੈਡਿਟ ਕਰ ਸਕਦੇ ਹਾਂ। ਸੈਕਿੰਡ ਜਿਹੜੀ ਇਹਦੀ ਮੇਨ ਐਪਲੀਕੇਸ਼ਨ ਆ, ਦੈਟ ਇਜ਼ ਇਨ ਦਾ ਬਿਜ਼ਨਸ ਇੰਡਸਟਰੀ। ਬਿਜ਼ਨਸ ਦੇ ਵਿੱਚ ਮੋਸਟਲੀ ਜਿਹੜਾ ਕੰਪਿਊਟਰ ਨੈਟਵਰਕ ਆ ਜਾਂ ਜਿਹੜਾ ਸਾਡਾ ਬਿਜ਼ਨਸ ਆ, ਅਸੀਂ ਕਹਿ ਸਕਦੇ ਹਾਂ ਉਹ ਮੋਸਟਲੀ ਸਾਰਾ ਬਿਜ਼ਨਸ ਦਾ ਕੰਮ ਕੰਪਿਊਟਰਸ ਉੱਪਰ ਹੁੰਦਾ। ਅਸੀਂ ਕੋਈ ਵੀ ਡਾਟਾ ਐਕਸਚੇਂਜ ਕਰਨਾ ਜਾਂ ਆਪਣੇ ਆਈਡੀਆਜ਼ ਨੂੰ ਐਕਸਚੇਂਜ ਕਰਨਾ, ਤਾਂ ਤੁਹਾਨੂੰ ਇਫੈਕਟਿਵ ਡਾਟਾ ਜਾਂ ਰਿਸੋਰਸ ਸ਼ੇਅਰਿੰਗ ਫੀਚਰਸ ਚਾਹੀਦੇ ਆ। ਉਹਦੇ ਲਈ ਤੁਸੀਂ ਕੀ ਕਰੋਗੇ? ਕੰਪਿਊਟਰ ਦੇ ਕਨੈਕਟ ਹੋਵੋਗੇ ਕਾਹਦੇ ਥਰੂ? ਅ ਨੈਟਵਰਕ, ਹੈ ਨਾ। ਲਾਈਕ ਐਗਜ਼ਾਮਪਲ ਲੈ ਲੈਂਦੇ ਆ, ਇੱਕ ਪਰਸਨ ਦਾ ਡਿਪਾਰਟਮੈਂਟ ਆ ਕਿਸੇ ਆਰਗੇਨਾਈਜੇਸ਼ਨ ਦੇ ਵਿੱਚ, ਉਹਨੇ ਦੂਸਰੇ ਨਾਲ ਕੋਈ ਚੀਜ਼ ਸ਼ੇਅਰ ਕਰਨੀ ਆ, ਕਿੱਦਾਂ ਕਰੂਗਾ? ਇਲੈਕਟ੍ਰੋਨਿਕ ਮੋਡ ਦੇ ਨਾਲ, ਦੈਟ ਇਜ਼ ਥਰੂ ਦੀ ਨੈਟਵਰਕ। ਥਰਡ ਜਿਹੜਾ ਸਾਡਾ ਸੀਗਾ ਐਪਲੀਕੇਸ਼ਨ, ਦੈਟ ਇਜ਼ ਈਮੇਲ ਸਰਵਿਸਿਜ਼। ਜਿਹੜਾ ਕੰਪਿਊਟਰ ਨੈਟਵਰਕਸ ਆ ਉਹਨੇ ਸਾਨੂੰ ਫੈਸਿਲਿਟੀ ਪ੍ਰੋਵਾਈਡ ਕੀਤੀ ਆ। ਕੀ ਕੀਤੀ ਆ? ਅਸੀਂ ਕੋਈ ਮੇਲ ਸੈਂਡ ਕਰਨੀ ਆ, ਕੋਈ ਮੇਲ ਰਿਸੀਵ ਕਰਨੀ ਆ, ਫਿਊ ਸੈਕਿੰਡਸ ਦੇ ਵਿੱਚ, ਜਿੱਥੇ ਅਸੀਂ ਅਪਰੋਚ ਵੀ ਨਹੀਂ ਕਰ ਸਕਦੇ ਗਲੋਬ ਤੱਕ ਇੰਨੀ ਈਜ਼ੀਲੀ, ਮੇਲ ਸਾਨੂੰ ਵਿਦਿਨ 1 or 2 seconds ਕੀ ਹੋ ਜਾਂਦੀ ਆ? ਰਿਸੀਵ ਹੋ ਜਾਂਦੀ ਆ। ਤਾਂ ਸਾਡਾ ਜਿਹੜਾ ਵਰਕ ਦਾ
ਪ੍ਰੈਸ਼ਰ ਆ ਕਿੰਨਾ ਰਿਡਿਊਸ ਹੋ ਗਿਆ, ਤਾਂ ਸਾਨੂੰ ਕਿੰਨਾ ਈਜ਼ੀ ਹੋ ਗਿਆ ਸੀ ਕੋਈ ਵੀ ਮੈਸੇਜ ਕਿਸੇ ਨੂੰ ਕਨਵੇ ਕਰਨਾ, ਕੋਈ ਐਜੂਕੇਸ਼ਨਲ ਪਰਪਸ ਤੋਂ ਆ, ਕੋਈ ਬਿਜ਼ਨਸ ਪਰਪਸ ਤੋਂ ਆ, ਕੋਈ ਪਰਸਨਲ ਕਿਸੇ ਨੂੰ ਮੈਸੇਜ ਸੈਂਡ ਕਰਨਾ, ਤਾਂ ਈਮੇਲ ਦੇ ਨਾਲ ਵਿਦਿਨ ਅ ਫਿਊ ਸੈਕਿੰਡਸ ਵੀ ਕੈਨ ਸੈਂਡ ਐਨੀ ਟਾਈਪ ਆਫ ਮੈਸੇਜ ਟੂ ਐਨੀ ਪਰਸਨ ਇਨ ਐਨੀ ਕਾਰਨਰ ਆਫ ਦੀ ਵਰਲਡ, ਮੀਨਸ ਅਕ੍ਰੋਸ ਦੀ ਗਲੋਬ। ਫੋਰਥ ਇਜ਼ ਮੋਬਾਈਲ ਐਪਲੀਕੇਸ਼ਨਸ, ਲਾਈਕ ਜਿਹੜੀਆਂ ਸਾਡੀਆਂ ਮੋਬਾਈਲ ਐਪਲੀਕੇਸ਼ਨਸ ਆ, ਚਾਹੇ ਸਾਡੇ ਕੋਲੇ ਸੈੱਲ ਫੋਨਸ ਨੇ, ਚਾਹੇ ਸਾਡੇ ਕੋਲੇ ਵਾਇਰਲੈਸ ਫੋਨ ਨੇ, ਤਾਂ ਅਸੀਂ ਈਜ਼ੀਲੀ ਕਮਿਊਨੀਕੇਟ ਕਰ ਸਕਦੇ ਹਾਂ ਕਿਸੇ ਹੋਰ ਦੇ ਨਾਲ, ਹੈ ਨਾ। ਮੀਨਸ ਅਸੀਂ ਆਪਣੇ ਵਿਊਜ਼ ਆ, ਜਿਹੜੇ ਸਾਡੇ ਆਈਡੀਆਜ਼ ਆ, ਕੋਈ ਸਾਡੇ ਮੈਸੇਜਿਸ ਨੇ ਜੋ ਅਸੀਂ ਮੋਬਾਈਲ ਐਪਲੀਕੇਸ਼ਨਸ ਦੇ ਥਰੂ ਜਾਂ ਸੈੱਲ ਫੋਨਸ ਦੇ ਜਾਂ ਵਾਇਰਲੈਸ ਫੋਨ ਦੇ ਥਰੂ ਇੱਕ ਦੂਜੇ ਨੂੰ ਬੜੇ ਹੀ ਘੱਟ ਟਾਈਮ ਦੇ ਵਿੱਚ ਸੈਂਡ ਕਰ ਸਕਦੇ ਹਾਂ। ਇਹ ਸਾਰੀਆਂ ਐਪਲੀਕੇਸ਼ਨਸ ਜਿਹੜੀਆਂ ਪੋਸੀਬਲ ਆ ਥਰੂ ਕੰਪਿਊਟਰ ਨੈਟਵਰਕ ਆ। ਦੈਨ ਡਾਇਰੈਕਟਰੀ ਸਰਵਿਸਿਜ਼, ਇਹ ਸਰਵਿਸ ਦੇ ਨਾਲ ਇਹ ਸਾਨੂੰ ਪ੍ਰੋਵਾਈਡ ਕਰਦੀ ਆ ਫੈਸਿਲਿਟੀ ਕਾਹਦੀ, ਵੀ ਅਸੀਂ ਫਾਈਲਸ ਨੂੰ ਸਟੋਰ ਕਰਕੇ ਰੱਖੀਏ ਤਾਂ ਜੋ ਸਾਡੀ ਇਨਕਰੀਜ਼ ਹੋ ਜਾਵੇ ਸਪੀਡ ਆਪਰੇਸ਼ਨ ਦੀ ਪੂਰੇ ਵਰਲਡ ਵਾਈਡ ਦੀ। ਦੈਨ ਕਮਸ ਟੈਲੀਕਾਨਫਰੈਂਸਿੰਗ। ਟੈਲੀਕਾਨਫਰੈਂਸਿੰਗ ਦੇ ਵਿੱਚ ਆ ਜਾਂਦੀਆਂ ਵੌਇਸ ਕਾਨਫਰੈਂਸਿੰਗ, ਵੀਡੀਓ ਕਾਨਫਰੈਂਸਿੰਗ, ਜੋ ਕਿੱਦਾਂ ਵਾ ਵਿਚ ਇਜ਼ ਟੋਟਲੀ ਬੇਸਡ ਅਪੋਨ ਦੀ ਨੈਟਵਰਕਿੰਗ। ਕਿਸੇ ਨੂੰ ਅਸੀਂ ਵੀਡੀਓ ਕਾਨਫਰੈਂਸਿੰਗ ਕਰਨੀ ਆ ਕਿਸੇ ਦੇ ਨਾਲ, ਹੈ ਨਾ, ਕਿੰਨੇ ਸਾਰੇ ਪਰਸਨਸ ਨੇ, ਅਸੀਂ ਵੀਡੀਓ ਕਾਲਸ ਕਰਨੀ ਆ, ਤਾਂ ਅਸੀਂ ਜਾਂ ਅਸੀਂ ਵੌਇਸ ਕਾਨਫਰੈਂਸਿੰਗ ਕਰਨੀ ਆ, ਅਸੀਂ ਵੌਇਸ ਕਾਲਸ ਕਰਨੀ ਆ, ਇਹ ਸਾਰੀਆਂ ਕਿੱਦਾਂ ਪੋਸੀਬਲਸ ਨੇ, ਦੈਟ ਇਜ਼ ਥਰੂ ਦੀ ਕੰਪਿਊਟਰ ਨੈਟਵਰਕਸ। ਟੈਲੀਕਾਨਫਰੈਂਸਿੰਗ ਦੇ ਵਿੱਚ ਜਿਹੜੇ ਪਾਰਟਿਸਪੈਂਟਸ ਇੱਕ ਲੋਕੇਸ਼ਨ 'ਤੇ ਨਹੀਂ ਵੀ ਪ੍ਰੈਜ਼ੈਂਟ, ਸੇਮ ਲੋਕੇਸ਼ਨਸ 'ਤੇ ਬਹੁਤ ਸਾਰੇ ਪਾਰਟਿਸਪੈਂਟਸ ਡਿਫਰੈਂਟ ਲੋਕੇਸ਼ਨਸ 'ਤੇ ਪ੍ਰੈਜ਼ੈਂਟ ਨੇ, ਤਾਂ ਅਸੀਂ ਉਹਨੂੰ ਟੈਲੀਕਾਨਫਰੈਂਸਿੰਗ ਦੇ ਨਾਲ ਜਾਂ ਟੈਲੀਕਾਨਫਰੈਂਸਿੰਗ ਦੇ ਪ੍ਰੋਸੈਸ ਦੇ ਨਾਲ ਅਸੀਂ ਬਹੁਤ ਸਾਰੇ ਪਰਸਨਸ ਨੂੰ ਇੱਕ ਟਾਈਮ 'ਤੇ ਇੱਕ ਲੋਕੇਸ਼ਨ 'ਤੇ ਕੀ ਕਰ ਸਕਦੇ ਹਾਂ, ਕੁਨੈਕਟ ਕਰ ਸਕਦੇ ਹਾਂ। ਮੀਨਸ ਕੋਈ ਫਰੈਂਡ ਸਰਕਲ ਆ, ਉਹ ਅਸੀਂ ਇਕੱਠੇ ਨਹੀਂ ਹੈਗੇ, ਕੋਈ ਸਾਡਾ ਅਮਰੀਕਾ 'ਚ ਬੈਠਾ, ਕੋਈ ਸਾਡਾ ਕੈਨੇਡਾ 'ਚ ਬੈਠਾ, ਕੋਈ ਸਾਡਾ ਇਟਲੀ ਆ, ਕੋਈ ਦੁਬਈ ਆ, ਕੋਈ ਇੰਡੀਆ 'ਚ ਆ, ਅਲੱਗ-ਅਲੱਗ ਕੰਟਰੀਜ਼ ਦੇ ਵਿੱਚ ਅਸੀਂ ਸਾਰੇ ਬੈਠੇ ਹਾਂ, ਤਾਂ ਅਸੀਂ ਇਕੱਠੇ ਗੱਲ ਕਰਨਾ ਚਾਹੁੰਦੇ ਹਾਂ। ਅਸੀਂ ਕਿੱਦਾਂ ਕਰਾਂਗੇ? ਕੰਪਿਊਟਰ ਨੈਟਵਰਕਸ ਦੇ ਥਰੂ, ਲਾਈਕ ਵਿਦ ਦ ਹੈਲਪ ਆਫ ਦੀ ਵੀਡੀਓ ਕਾਨਫਰੈਂਸਿੰਗ ਜਾਂ ਵੌਇਸ ਕਾਨਫਰੈਂਸਿੰਗ। ਕਿੰਨੀ ਈਜ਼ੀ ਅਸੈਸ ਹੋ ਗਿਆ ਸਾਡਾ ਕੰਪਿਊਟਰ ਨੈਟਵਰਕਸ ਦੇ ਨਾਲ। ਉਸ ਤੋਂ ਨੈਕਸਟ ਆਉਂਦਾ ਟਾਈਪਸ ਆਫ ਨੈਟਵਰਕਿੰਗ, ਦੈਟ ਇਜ਼ ਆਲ ਅਬਾਊਟ ਨੈਟਵਰਕਿੰਗ ਹੁੰਦਾ ਕੀ ਆ, ਉਹਦੀਆਂ ਐਪਲੀਕੇਸ਼ਨਸ ਕੀ ਆ, ਜਾਂ ਉਹਦੀਆਂ ਐਡਵਾਂਟੇਜਿਸ ਦਾ ਉਹਦੀਆਂ ਡਿਸਐਡਵਾਂਟੇਜਿਸ ਕੀ ਨੇ। ਉਸ ਤੋਂ ਨੈਕਸਟ ਆਉਂਦੀ ਹੈ ਟਾਈਪਸ ਆਫ ਨੈਟਵਰਕਿੰਗ। ਟਾਈਪਸ ਆਫ ਨੈਟਵਰਕਿੰਗ ਦੇ ਨਾਲ ਜੋ ਅਸੀਂ ਦੇਖੀਏ ਬੇਸਡ ਔਨ ਆ ਜਿਓਗ੍ਰਾਫਿਕ ਸਾਈਜ਼, ਉਹਦੇ ਅਕੋਰਡਿੰਗ ਅਸੀਂ ਆਪਣੇ ਨੈਟਵਰਕਸ ਨੂੰ 3 ਟਾਈਪਸ ਦੇ ਵਿੱਚ ਡਿਵਾਈਡ ਕੀਤਾ, ਦੈਟ ਇਜ਼ ਲੈਨ, ਮੈਨ ਐਂਡ ਦੀ ਬੈਨ। LAN stands for local area network and MAN stands for metropolitan area network, and third, that is WAN, that stands for wide area network. Now discuss in detail first LAN, then MAN, also next WAN. So start with what is LAN. LAN stands for local area network. ਜਿਹੜਾ ਅਸੀਂ ਲੋਕਲ ਏਰੀਆ ਦੇ ਵਿੱਚ ਨੈਟਵਰਕ ਨੂੰ ਵਿਛਾਇਆ ਹੋਇਆ। ਇਟ ਇਜ਼ ਪ੍ਰਾਈਵੇਟਲੀ ਓਨ ਨੈਟਵਰਕਸ ਵਿਦ ਇਨ ਅ ਸਿੰਗਲ ਬਿਲਡਿੰਗ, ਔਰ ਜਾਂ ਤਾਂ ਸਿੰਗਲ ਬਿਲਡਿੰਗ ਦੇ ਵਿੱਚ ਇਹ ਨੈਟਵਰਕ ਹੋਊਗਾ ਜਾਂ ਕੈਂਪਸ ਦੇ ਵਿੱਚ ਹੋਊਗਾ, ਬਟ ਅਪ ਟੂ ਆ ਫਿਊ ਕਿਲੋਮੀਟਰਸ ਇਨ ਸਾਈਜ਼। ਜ਼ਿਆਦਾ ਕਿਲੋਮੀਟਰ ਦੇ ਨਾਲ ਲੈਨ ਨਹੀਂ ਫੈਲਦਾ, ਲੈਨ ਜਸਟ ਸਿੰਗਲ ਬਿਲਡਿੰਗ ਜਾਂ ਕੈਂਪਸ ਜਿਹੜਾ ਕਿ ਫਿਊ ਕਿਲੋਮੀਟਰਸ ਨੂੰ ਇਹ ਵਾਲਾ ਨੈਟਵਰਕ ਕਵਰ ਕਰਦਾ। ਇਹਦੇ ਵਿੱਚ ਅਸੀਂ ਕੀ ਕੁਨੈਕਟ ਕਰਦੇ ਹਾਂ? ਪਰਸਨਲ ਕੰਪਿਊਟਰਸ ਨੂੰ ਕਨੈਕਟ ਕਰ ਸਕਦੇ ਹਾਂ, ਵਰਕ ਸਟੇਸ਼ਨਸ ਨੂੰ ਕਰ ਸਕਦੇ ਹਨ, ਕੰਪਨੀ ਆਫਿਸਿਸ ਐਂਡ ਫੈਕਟਰੀਜ਼ ਟੂ ਸ਼ੇਅਰ ਦਾ ਰਿਸੋਰਸਿਸ, ਐਂਡ ਅਸੀਂ ਇਨਫੋਰਮੇਸ਼ਨ ਨੂੰ ਐਕਸਚੇਂਜ ਵੀ ਕਰ ਸਕਦੇ ਹਾਂ। ਲੈਨ ਈਜ਼ੀ ਆ ਟੂ ਡਿਜ਼ਾਈਨ ਐਂਡ ਟਰਬਲ ਸ਼ੂਟ। ਲੈਨ ਦੇ ਵਿੱਚ ਸਾਰੀਆਂ ਮਸ਼ੀਨਸ ਸਿੰਗਲ ਕੇਬਲ ਦੇ ਨਾਲ ਕੁਨੈਕਟਡ ਹੁੰਦੀਆਂ। ਜਿਹੜੀਆਂ ਅਸੀਂ ਡਿਫਰੈਂਟ ਟਾਈਪ ਆਫ ਦੀ ਟੋਪੋਲੋਜੀਜ਼ ਲੈਨ ਦੇ ਵਿੱਚ ਯੂਜ਼ ਕਰਦੇ ਹਾਂ, ਲਾਈਕ ਬੱਸ, ਰਿੰਗ, ਸਟਾਰ ਐਂਡ ਟਰੀ, ਥੀਜ਼ ਆਰ ਯੂਜ਼ਡ ਇਨ ਲੈਨ। ਜਿਹੜਾ ਡਾਟਾ ਟਰਾਂਸਫਰ ਆ ਲੈਨ ਦੇ ਵਿੱਚ, ਦੈਟ ਇਜ਼ ਅਪ ਟੂ 10 ਗੀਗਾਬਾਈਟਸ।
ਜਿਹੜਾ ਡਾਟਾ ਟਰਾਂਸਫਰ ਹੁੰਦਾ ਹਾਈ ਸਪੀਡ ਦੇ ਨਾਲ ਟਰਾਂਸਫਰ ਹੁੰਦਾ ਲੈਨ ਦੇ ਵਿੱਚ ਹਾਈ ਜਿਹੜੀ ਟਰਾਂਸਮਿਸ਼ਨ ਆ ਰੇਟ ਪੋਸੀਬਲ ਆ ਇਨ ਲੈਨ ਬਿਕੋਜ਼ ਜਿਹੜਾ ਸਾਡਾ ਨੈਟਵਰਕ ਆ ਕੰਪਿਊਟਰ ਨੈਟਵਰਕ ਆ ਉਹਨਾਂ ਜਿਹੜਾ ਡਿਸਟੈਂਸ ਹੁੰਦਾ ਉਹ ਕੀ ਹੁੰਦਾ ਸ਼ਾਰਟ ਹੁੰਦਾ ਜਿੰਨਾ ਡਿਸਟੈਂਸ ਸ਼ਾਰਟ ਹੋਊਗਾ ਉਨੀ ਜਿਹੜੀ ਸਾਡੀ ਸਪੀਡ ਉਹ ਕੀ ਨੈਟਵਰਕ ਦੀ ਕੀ ਹੋਊਗੀ ਫਾਸਟ ਹੋਊਗੀ ਤਾਂ ਜਿਹੜਾ ਲੈਨ ਆ ਦੇ ਐਗਜ਼ਿਸਟ ਇਨ ਲਿਮਿਟਡ ਜਿਓਗ੍ਰਾਫੀਕਲ ਏਰੀਆ ਲਾਈਕ ਆਪਾਂ ਨੂੰ ਨੇਮ ਤੋਂ ਹੀ ਕਲੀਅਰ ਆ ਵੀ ਲੋਕਲ ਏਰੀਆ ਨੈਟਵਰਕ ਆ ਤਾਂ ਜਿਹੜਾ ਉਹਦਾ ਜਿਓਗ੍ਰਾਫੀਕਲ ਏਰੀਆ ਵਾ ਉਹ ਵੀ ਵਾਸਟ ਨਹੀਂ ਹੋਊਗਾ ਦੈਟ ਇਜ਼ ਲਿਮਿਟਡ ਜਿਹੜੀਆਂ ਲੈਨ ਦੀਆਂ ਐਡਵਾਂਟੇਜਿਸ ਆਪਾਂ ਲੈਨ ਦੀਆਂ ਕਹਿ ਸਕਦੇ ਆ ਵੀ ਜਿਹੜਾ ਡਾਟਾ 'ਚ ਟਰਾਂਸਫਰ ਹੁੰਦਾ ਦੈਟ ਇਜ਼ ਐਟ ਹਾਈ ਸਪੀਡ ਦੇ ਉੱਪਰ ਲੈਨ ਦੇ ਵਿੱਚ ਅਸੀਂ ਡਾਟੇ ਨੂੰ ਟਰਾਂਸਫਰ ਕਰ ਸਕਦੇ ਹਾਂ ਐਂਡ ਜਿਹੜੀ ਲੈਨ ਦੀ ਟੈਕਨੋਲੋਜੀ ਆ ਦੈਟ ਇਜ਼ ਨਾਟ ਮਚ ਕੋਸਟਲੀ ਇਹਦੀ ਜਿਹੜੀ ਕੋਸਟ ਉਹ ਜ਼ਿਆਦਾ ਨਹੀਂ ਹੈਗੀ ਦੈਟ ਇਜ਼ ਲੈਸ ਐਕਸਪੈਂਸਿਵ ਐਂਡ ਇਹਨੂੰ ਕੋਈ ਵੀ ਪਰਸਨ ਈਜ਼ੀਲੀ ਅਫੋਰਡ ਕਰ ਸਕਦਾ ਦੈਟ ਇਜ਼ ਆਲ ਅਬਾਊਟ ਲੈਨ ਨੈਕਸਟ ਸੈਕਿੰਡ ਜਿਹੜਾ ਸਾਡਾ ਨੈਟਵਰਕ ਆ ਦੈਟ ਇਜ਼ ਮੈਨ ਸਟੈਂਡਸ ਫॉर ਮੈਟਰੋਪੋਲੀਟਨ ਏਰੀਆ ਨੈਟਵਰਕ ਜਿਹੜਾ ਮੈਨ ਆ ਮੈਟਰੋਪੋਲੀਟਨ ਏਰੀਆ ਨੈਟਵਰਕ ਦੈਟ ਇਜ਼ ਅ ਲਾਰਜ ਵਰਜ਼ਨ ਆਫ ਦੀ ਲੈਨ ਜਿੱਦਾਂ ਜਿਹੜਾ ਲੈਨ ਸੀ ਉਹ ਸਮੌਲ ਜਿਓਗ੍ਰਾਫੀਕਲ ਏਰੀਆ ਨੂੰ ਕਵਰ ਕਰਦਾ ਸੀ ਉਸੇ ਹੀ ਵੇ ਦੇ ਵਿੱਚ ਮੈਨ ਆ ਜਿਹੜਾ ਉਹਦਾ ਲਾਰਜ ਵਰਜ਼ਨ ਆ ਐਂਡ ਇਹ ਏਰੀਆ ਉਸ ਤੋਂ ਜ਼ਿਆਦਾ ਕਵਰ ਕਰੂਗਾ ਹੈ ਨਾ ਬਟ ਜਿਹੜਾ ਸਾਡਾ ਥਰਡ ਆ ਦੈਟ ਇਜ਼ ਵੈਨ ਵਾਈਡ ਏਰੀਆ ਨੈਟਵਰਕ ਉਸ ਤੋਂ ਘੱਟ ਕਰੂਗਾ ਦੈਟ ਇਜ਼ ਅ ਇੰਟਰਮੀਡੀਏਟ ਆਫ ਦੀ ਲੈਨ ਐਂਡ ਦੀ ਬੈਨ ਫਸਟ ਲੈਨ ਦੈਨ ਮੈਨ ਐਂਡ ਥਰਡ ਇਜ਼ ਬੈਨ ਲੈਨ ਤੋਂ ਜ਼ਿਆਦਾ ਜਿਓਗ੍ਰਾਫੀਕਲ ਏਰੀਆ ਨੂੰ ਕਵਰ ਕਰੂਗਾ ਐਂਡ ਬੈਨ ਤੋਂ ਘੱਟ ਏਰੀਆ ਨੂੰ ਕਵਰ ਕਰੂਗਾ ਉਹਨੂੰ ਅਸੀਂ ਨਾਮ ਦਿੰਦੇ ਹਾਂ ਮੈਟਰੋਪੋਲੀਟਨ ਏਰੀਆ ਨੈਟਵਰਕ ਜੋ ਮੈਟਰੋਪੋਲੀਟਨ ਏਰੀਆ ਨੈਟਵਰਕ ਆ ਇਟ ਕਵਰਸ ਅ ਸਿਟੀ ਲਾਈਕ ਉਹਦੇ 'ਚ ਅਸੀਂ ਕੋਈ ਕੈਂਪਸ ਕਵਰ ਕਰਦੇ ਸੀ ਕੋਈ ਛੋਟਾ ਜਿਓਗ੍ਰਾਫੀਕਲ ਏਰੀਆ ਕਵਰ ਕਰਦੇ ਸੀ ਫਿਊ ਕਿਲੋਮੀਟਰਸ ਤੱਕ ਬਟ ਜੋ ਮੈਟਰੋਪੋਲੀਟਨ ਏਰੀਆ ਨੈਟਵਰਕ ਆ ਦੈਟ ਕਵਰਸ ਆ ਸਿਟੀ ਇਹਦੇ ਵਿੱਚ ਅਸੀਂ ਬੈਸਟ ਜਿਹੜੀ ਐਗਜ਼ਾਮਪਲ ਕੋਡ ਕਰ ਸਕਦੇ ਆ ਦੈਟ ਇਜ਼ ਆਫ ਦੀ ਕੇਬਲ ਟੈਲੀਵਿਜ਼ਨ ਨੈਟਵਰਕ ਅਵੇਲੇਬਲ ਇਨ ਦੀ ਮੈਨੀ ਸਿਟੀਜ਼ ਜਿੱਦਾਂ ਸਾਡੀ ਸਿਟੀ ਦੇ ਵਿੱਚ ਕੋਈ ਵੀ ਟੈਲੀਵਿਜ਼ਨ ਨੈਟਵਰਕ ਅਵੇਲੇਬਲ ਹੁੰਦਾ ਉਹ ਮੈਟਰੋਪੋਲੀਟਨ ਏਰੀਆ ਨੈਟਵਰਕ ਦੀ ਟਾਈਪ ਆ ਉਹਦੀ ਐਗਜ਼ਾਮਪਲ ਆ ਜਿਹੜਾ ਮੈਨ ਆ ਦੈਟ ਕਨੈਕਟਸ 2 ਔਰ ਮੋਰ ਲੈਨਸ 2 ਲੋਕਲ ਏਰੀਆ ਨੈਟਵਰਕਸ ਨੂੰ ਮੈਟਰੋਪੋਲੀਟਨ ਏਰੀਆ ਕਨੈਕਟ ਕਰਦਾ ਫਸਟ ਜਿਨ੍ਹਾਂ ਕੰਪਨੀਜ਼ ਨੇ ਬਿਜ਼ਨਸ ਸਟਾਰਟ ਕਰਨਾ ਉਹਨਾਂ ਨੇ ਕੰਟਰੈਕਟ ਲਿੱਤੇ ਹੋਏ ਨੇ ਗਵਰਨਮੈਂਟ ਤੋਂ ਸਿਟੀਜ਼ ਦੇ ਵਿੱਚ ਇਸ ਨੈਟਵਰਕ ਨੂੰ ਆਪਰੇਟ ਕਰਨ ਦੇ ਲਈ ਜਿਹੜਾ ਨੈਕਸਟ ਸਟੈਪ ਆ ਦੈਟ ਇਜ਼ ਟੈਲੀਵਿਜ਼ਨ ਪ੍ਰੋਗਰਾਮਿੰਗ ਐਂਡ ਈਵਨ ਇੰਟਾਇਰ ਚੈਨਲ ਡਿਜ਼ਾਈਨਡ ਫॉर ਦੀ ਕੇਬਲ ਓਨਲੀ ਟੈਲੀਵਿਜ਼ਨ ਚੈਨਲਸ ਵਾਲੇ ਐਂਡ ਕੇਬਲ ਚੈਨਲਸ ਵਾਲੇ ਮੈਟਰੋਪੋਲੀਟਨ ਏਰੀਆ ਨੈਟਵਰਕ ਨੂੰ ਯੂਜ਼ ਕਰਦੇ ਨੇ ਉਹਨਾਂ ਦੇ ਲਈ ਇਹ ਜਿਹੜਾ ਨੈਟਵਰਕ ਦੈਟ ਇਜ਼ ਬੈਨੀਫੀਸ਼ੀਅਲ ਮੀਨਸ ਜੋ ਲੈਣ ਦੀਆਂ ਡਰਾਬੈਕਸ ਸੀ ਮਤਲਬ ਥੋੜੇ ਜਿਹੇ ਏਰੀਆ ਵਿੱਚ ਅਸੀਂ ਉਹਨੂੰ ਕਰ ਸਕਦੇ ਸੀ ਯੂਜ਼ ਉਸ ਨੂੰ ਓਵਰਕਮ ਕੀਤਾ ਦੈਟ ਇਜ਼ ਮੈਟਰੋਪੋਲੀਟਨ ਏਰੀਆ ਨੈਟਵਰਕ ਨੇ ਐਂਡ ਜੋ ਮੈਟਰੋਪੋਲੀਟਨ ਏਰੀਆ ਜਾਂ ਮੈਨ ਦੀਆਂ ਜਿਹੜੀਆਂ ਡਰਾਬੈਕਸ ਹੋਣਗੀਆਂ ਉਹਨੂੰ ਜਿਹੜਾ ਸਾਡਾ ਥਰਡ type of the network WAN WAN that stands for wide area network ਉਹ ਇਹਦੀਆਂ ਸਾਰੀਆਂ ਡਰਾਬੈਕਸ ਨੂੰ ਕੀ ਕਰੂਗਾ ਓਵਰਕਮ ਕਰੂਗਾ ਹੈ ਨਾ ਐਂਡ ਸੋ ਲਾਸਟਲੀ ਥਰਡ ਜਿਹੜਾ ਨੈਟਵਰਕ ਆ ਦੈਟ ਇਜ਼ ਵਾਈਡ ਏਰੀਆ ਨੈਟਵਰਕ ਹੁਣ ਵਾਈਡ ਏਰੀਆ ਨੈਟਵਰਕ ਜਿੱਦਾਂ ਆਪਾਂ 2 ਜਿਹੜੀਆਂ ਪਹਿਲੀਆਂ 2 ਨੈਟਵਰਕਸ ਕੀਤੇ ਉਹਨਾਂ ਵਿੱਚ ਡਿਸਕਸ਼ਨ ਦੇ ਨਾਲ ਆਪਾਂ ਨੂੰ ਕੀ ਪਤਾ ਲੱਗਿਆ ਜਿਹੜਾ WAN ਆ that spans a large geographical area like ਪਹਿਲਾ ਜਿਹੜਾ ਸੀਗਾ ਲੈਨ ਉਹਨੇ ਲੋਕਲ ਏਰੀਆ ਨੈਟਵਰਕ ਨੂੰ ਕਵਰ ਕੀਤਾ ਸੀ ਕੋਈ ਕੈਂਪਸ ਜਾਂ ਫਿਊ ਕਿਲੋਮੀਟਰਸ ਨੂੰ ਕਨੈਕਟ ਕਰਦਾ ਸੀ ਜੋ ਮੈਨ ਸੀ ਦੈਟ ਕਨੈਕਟਸ ਆ ਸਿਟੀ ਬਟ ਜੋ ਬੈਨ ਆ ਦੈਟ ਇਜ਼ ਅ ਵਾਈਡ ਏਰੀਆ ਨੈਟਵਰਕ ਇਟ ਆਫਨ ਕਨੈਕਟਸ ਆ ਕੰਟਰੀ ਔਰ ਦਾ ਰੀਜਨ ਇਹ ਪੂਰੇ ਕੰਟਰੀ ਨੂੰ ਜਾਂ ਪੂਰੇ ਰੀਜਨ ਨੂੰ ਕੀ ਕਰੂਗਾ ਕਨੈਕਟ ਕਰੂਗਾ then ਉਹਦਾ ਜਿਹੜਾ WAN ਆ it links different metropolitan countries and the national boundaries thereby enabling easy communication ਜਿੱਦਾਂ
मैन ने लैन ਨੂੰ ਕਨੈਕਟ ਕੀਤਾ ਸੀ, ਦੋ ਲੈਨਸ ਜੁੜ ਕੇ ਮੈਨ ਨੂੰ ਮੈਨ ਬਣਾਉਂਦੀਆਂ ਸੀ। ਉੱਦਾਂ ਹੀ ਬੈਨ ਨੇ ਮੈਨ ਦੀਆਂ ਜਿੰਨੀਆਂ ਡਿਫਰੈਂਟ ਕੰਟਰੀਜ਼ ਦੇ ਵਿੱਚੋਂ ਪੂਰੇ ਨੂੰ ਕੀ ਕਰਕੇ ਰੱਖ ਦਿੱਤਾ, ਕਨੈਕਟ ਕਰਕੇ ਰੱਖ ਦਿੱਤਾ। ਨੈਕਸਟ ਇਜ਼ ਇਟ ਮੇ ਬੀ ਲੋਕੇਟਡ ਇੰਟਾਇਰਲੀ ਵਿਦ ਇਨ ਅ ਸਟੇਟ ਔਰ ਅ ਕੰਟਰੀ और इट मे बी इंटरकनैक्टेड अराउंड द वर्ल्ड। मतलब वाइड एरिया नैटवर्क आ विद इन अ स्टेट भी हो सकता, विद इन अ कंट्री भी हो सकता, और इट मे बी इंटरकनैक्टेड अराउंड द वर्ल्ड, वर्ल्ड नूं भी इंटरकनैक्ट ये कर सकता। And it contains a collection of the machines intended for running user, that is application programs. We will follow traditional uses and call these machine host. So the communication between the different users of the WAN is established using leased telephone lines or satellite link and the similar channels. That is all about network advantages and the types of the networking. In this video, we will discuss about the topic internet, its need and importance. This is a topic of paper ICT skill development of B.Ed semester 1. This video is useful for students studying in B.Ed first semester. So let us start with what is internet. Internet कहने की ना, इंटरनेट एक ग्लोबल सिस्टम आ ਜਿਹੜਾ ਕਿ ਇੰਟਰਕਨੈਕਟਡ ਆ ਬਹੁਤ ਸਾਰੇ ਕੰਪਿਊਟਰ ਨੈਟਵਰਕਸ ਦੇ ਨਾਲ, ਐਂਡ ਜਿਹਨੇ ਇੱਕ ਸਟੈਂਡਰਡ ਇੰਟਰਨੈਟ ਪ੍ਰੋਟੋਕੋਲ ਯੂਜ਼ ਕੀਤਾ ਹੋਇਆ, ਐਂਡ ਉਹ ਸਰਵ ਕਰਦਾ ਬਿਲੀਅਨ ਆਫ ਯੂਜ਼ਰਸ ਵਰਲਡ ਵਾਈਡ। ਇਨ ਅਨਦਰ language, we can say that internet is a network of networks that consist of millions of private, public, academic, business and government networks of local to the global scope. The internet carries a vast range of information resources and services such as interlinked hypertext documents of the World Wide Web and the infrastructure to support electronic mail. It is the world's largest network of computers. The networks are related to academics, research, government, and include all types of profiles like corporate, individuals, professionals, children, schools, institute, etc. It may be remembered that computer is not located at a single site, not controlled by any central authority. Next, we can say that how does the internet work? One person wants to send a message to another person on the internet. Here what happened to message when it is transferred over the internet? एक process ਆ, ਸਭ ਤੋਂ ਪਹਿਲਾਂ broke up ਹੁੰਦਾ small sized pieces ਦੇ ਵਿੱਚ ਮੈਸੇਜ ਜਿਹਨੂੰ ਅਸੀਂ ਪੈਕਟਸ ਕਹਿੰਦੇ ਆ। then header add ਹੋ ਜਾਂਦਾ ਹਰੇਕ ਪੈਕਟ ਦੇ and explain ਕਰਦਾ where it comes from, where it should end up and how it fits in with the rest of the packets. Next, we can say that each packet is sent from computer to computer until it finds its way to its destination. Each computer along the way decides where next to send the packet. This could depend upon things like busy the other computers were when the packet was received. The packets may not all take the same route. At the destination, the packets are examined. If there are any packets missing or damaged, a message is sent asking for those packets to be resent. This continue at the end the packet has been received. The packets are assembled into the original form. Next is World Wide Web. The internet is often confused with the World Wide Web. The misperception is that these two terms are the synonym terms. Internet की ਹੁੰਦਾ, that is a collection of many systems and protocols, and the World Wide Web that was developed in 1989 is actually one of those different protocols. As the name implies, it allows the resources to be linked with great ease in almost seamless fashion. World Wide Web ने contain ਕੀਤਾ vast collection of the linked multimedia pages ਜਿਹੜੇ change ਹੁੰਦੇ ਰਹਿੰਦੇ ਨੇ। We can access any linked document with a mouse click.
हाइपरटैक्स्ट डॉक्यूमेंट है उहदे कोले डाटा लाइक टेक्सचुअल इंफॉर्मेशनल पिक्चर्स एंड द मूवीज. Hypertext documents, generally known as the web page, we can find any type of information through the www dot. Next come URL, that is Uniform Resource Locator. हरेक रिसोर्स इंटरनेट के उपर अपना ओन आइडेंटिफायर लाया होया जिन्होंने असी URL कहने ਜਾਂ ਜਿਹਨੂੰ ਅਸੀਂ ਇੰਟਰਨੈਟ ਐਡਰੈਸ ਕਹਿੰਦੇ ਆ. ਇਹਦੇ ਨਾਲ ਅਸੀਂ ਆਇਡੈਂਟੀਫਾਈ ਕਰਦੇ ਹਾਂ ਸੋਰਸ ਆਫ ਇਨਫੋਰਮੇਸ਼ਨ ਔਨ ਦਾ ਇੰਟਰਨੈਟ. ਜਦੋਂ ਯੂਜ਼ਰ ਨੂੰ ਪਤਾ ਹੋਵੇ URL, the user can key it to for immediate access to the resource without browsing through directories or using keyword searches. ਜਿਹੜਾ first page ਆ URL ਦਾ, that indicates the access method or protocol used by that server. For instance, all websites would have a URL that begins with HTTP, since this is the protocol for accessing the web. Second part of the URL is the computer domain name, which is described below. For example, like www.msn.com is the locator for the web page of the Microsoft Network Online Services. The www dot indicate की करदा, it indicates that is World Wide Web. www dot indicates करदा World Wide Web नो, and होम पेज आ आप कह सकते हैं MSN is the name selected by the Microsoft for the site. The .com contains the commercial domain over the internet. Then इंटरनेट ਦੀਆਂ बहुत सारिया इंपॉर्टेंस आ एजुकेशन की फील्ड, बिजनेस की फील्ड, है ना, सोसाइटी की फील्ड, स्कूल्स, कॉलेजेस, इन्हू आप स्टैप बाय स्टैप डिस्कस करते हैं. सब तो पहला आप स्टार्ट करते हैं इंटरनेट की इंपॉर्टेंस की है एजुकेशन दे विच. एजुकेशन है जिहड़ा सैक्टर आ, हाउ इट इज़ अफैक्टेड बाय दी इंटरनेट. रिसर्च की फील्ड दे विच भी एजुकेशन दे नाल इंटरनेट बहुत यूजफुल आ. इनक्रीज्ड असैसिबिलिटी टू दी एजुकेशन, इनोवेटिव लर्निंग एंड ईज ऑफ दी कम्यूनीकेशन. सो स्टार्ट विद रिसर्च. लाइक जिद्दां आपां रिसर्च करते हैं उहदे च इंटरनेट दे कोले बहुत दी रेंज पई आ. वो रेंज टीचर्स के लिए भी एंड स्टूडेंट्स के लिए भी यूजफुल आ. कोई भी टीचर एंड कोई भी स्टूडेंट किसी भी कन्वीनियंट लोकेशन पर बैठ के कोई भी इन्फॉर्मेशन इंटरनेट तो सर्च कर सकता. लाइक द डिस्टिंक्शन ऑफ स्कॉलरली डोमेन्स फ्रॉम पर्सनल, ऑर्गेनाइजेशनल एंड गवर्नमेंट डोमेन्स मेक्स इट ईजी टू फाइंड रिलायबल इन्फॉर्मेशन. तो स्टूडेंट्स के कोले असैस होंदा रिसोर्सिस नूं किसी भी पीरियड दे विच जो भी चीज़ पब्लिश हुई आ, बच्चे उन्होंने इंटरनेट प्लेटफॉर्म पर जाके मतलब सर्च कर सकते. एक तो रिसर्च आ जिहड़ी इंटरनेट की हेल्प दे नाल बहुत ईजी हो गई. डाटा कलैक्ट करना, डाटा सर्च करना, अरेंज किद्दां करना, सारी आप इन्फॉर्मेशन इंटरनेट तो लै सकते हैं. दैन इज़ इनक्रीज असैसिबिलिटी टू दी एजुकेशन. एजुकेशन अजकल के टाइम पर असैसिबल आ बिकॉज थैंक्स टू दी इंटरनेट. बिकॉज क्योंकि बहुत सारे रिप्यूटेबल इंस्टीट्यूशनस ने लाइक जेल हो गई, हार्वर्ड यूनिवर्सिटी हो गई, जोड़े फ्री कोर्सिज करते हैं डाइवर्स एरियाज दे विच. डिफरेंट प्लेटफॉर्म्स लाइक कोर्सेरा हो गया. बहुत सारे इदां दे केसिस आ जिथे असी पे करते हैं फॉर अ सर्टिफिकेट, बट जो लैसनस आ दे आर कंप्लीटली फ्री ऑफ द चार्ज. इट इज़ ओनली ड्यू टू द इंटरनेट. इंटरनेट ने सानू इन्नी असैसिबिलिटी देती है, साडी एजुकेशन नू इन्ना होम तक ले आंदा तो असी किसी भी वे दे विच ईजली उहनू असी यूज़ कर सकते हैं. दैन इज़ इनोवेटिव लर्निंग. द इंटरनेट ऑफर्स एक्स्ट्रा रिसोर्सिस एंड बहुत सारे न्यू मैथड्स ऑफ लर्निंग. Teachers can opt for online classes which students attend from the comfort of their homes. Alternate methods learning and the study materials, they are also available on the internet. Like we can see that crash course videos, images, animated video and the educational games. Then is ease of communication. Teachers and students they can interact interaction कर सकते हैं timely using the internet platforms, है ना. Like about students are can no longer has to wait until the next class to communicate with the classmate or the teachers. बच्चे अपने classmate नाल teachers नाल internet के मोड दे नाल उन्होंने conversation कर सकते हैं. One can easily send a message to the teacher or the student in question through online platforms. Online platforms की help दे नाल जिमें असी कह सकते हैं ऑनलाइन बैंकिंग आ, मोबाइल बैंकिंग आ,
ਇਹਨੇ ਬਹੁਤ ਹੀ ਵਧੀਆ ਜਿਹੜਾ ਸਾਡਾ ਵੇ ਆ ਉਹਨੂੰ ਕਮਿਊਨੀਕੇਸ਼ਨ ਨੂੰ ਈਜ਼ੀ ਕਰ ਦਿੱਤਾ। ਔਨਲਾਈਨ ਪਲੇਟਫਾਰਮ 'ਤੇ ਟੀਚਰਸ ਹੋ ਗਏ, ਸਕੂਲਸ ਹੋ ਗਏ, ਸਟੂਡੈਂਟਸ ਹੋ ਗਏ, ਔਨਲਾਈਨ ਡਿਸਕਸ਼ਨਸ ਹੋ ਸਕਦੀਆਂ ਕਿਸੇ ਵੀ ਟੌਪਿਕ 'ਤੇ, ਕਿਸੇ ਵੀ ਅਸਾਈਨਮੈਂਟ ਦੀ। ਨੈਕਸਟ ਆਪਾਂ ਕਹਿ ਸਕਦੇ ਹਾਂ ਦੈਟ ਇਜ਼ ਇੰਟਰਨੈਟ ਦੀ ਇੰਪੋਰਟੈਂਸ ਆ, ਦੈਟ ਇਜ਼ ਬਿਜ਼ਨਸ ਦੇ ਨਾਲ ਕੀ ਆ ਹੈ ਨਾ। ਬਿਜ਼ਨਸ ਦਾ ਜਿਹੜਾ ਸੈਕਟਰ ਆ ਉਹ ਇੰਟਰਨੈਟ ਹੈਲਪਸ ਇਨ ਦੈਟ ਸੈਕਸ਼ਨ। ਫਸਟ ਇਜ਼ ਮਾਰਕੀਟਿੰਗ ਦੇ ਵਿੱਚ ਕੀ ਆ, ਇੰਟਰਨੈਟ ਬੈਸਟ ਮਾਰਕੀਟਿੰਗ ਪਲੇਟਫਾਰਮ ਪ੍ਰੋਵਾਈਡ ਕਰਦਾ। ਜਿਹੜੀਆਂ ਬਿਜ਼ਨਸ ਆਰਗੇਨਾਈਜੇਸ਼ਨਸ ਨੇ ਉਹ ਇੱਕ ਵਰਾਇਟੀ ਨੂੰ ਚੂਜ਼ ਕਰਦੀਆਂ ਮਾਰਕੀਟ ਦੇ ਵਿੱਚ ਪ੍ਰੋਡਕਟਸ ਨੂੰ ਵੇਚਣ ਦੇ ਲਈ। ਆਪਣੀ ਸਰਵਿਸ ਆਨਲਾਈਨ ਹੈ, ਡਿਜੀਟਲ ਆ, ਟ੍ਰੈਡੀਸ਼ਨਲ ਮਾਰਕੀਟਿੰਗ ਨੂੰ ਰਿਪਲੇਸ ਕਰਤਾ ਵਿਦ ਦੀ अपनी डिजिटल मार्केटिंग ने। नैक्सट इज़ एक्सटर्नल कम्यूनीकेशन एंड इनफॉर्मेशन। ਜਿਹੜੀਆਂ ਬਿਜ਼ਨਸ ਆਰਗੇਨਾਈਜੇਸ਼ਨਸ ਨੇ ਉਹਨਾਂ ਨੇ ਕਸਟਮਰਸ ਨਾਲ ਇੰਟਰੈਕਟ ਕਰਨ ਦਾ ਇੱਕ ਗੁੱਡ ਰਿਲੇਸ਼ਨਸ਼ਿਪ ਕ੍ਰੀਏਟ ਕੀਤਾ, ਦੈਟ ਇਜ਼ ਥਰੂ ਦੀ ਇੰਟਰਨੈਟ। ਉਹ ਅੰਡਰਸਟੈਂਡ ਕਰਦੀਆਂ ਕਸਟਮਰ ਦੇ ਨੀਡਸ ਨੂੰ, ਰਿਸਰਚ ਕੰਡਕਟ ਕਰਦੀਆਂ, ਕਸਟਮਰਸ ਦਾ ਕਿੱਦਾਂ ਡਾਇਰੈਕਟ ਅਸੈਸ ਕਰਨਾ, ਕਿੱਦਾਂ ਇੰਸਟੈਂਟ ਫੀਡਬੈਕ ਦੇਣੀ ਆ। ਹੈਂਸ ਜਿਹੜੀ ਬੈਟਰਮੈਂਟ ਆਫ ਦੀ ਪ੍ਰੋਡਕਟ ਸਰਵਿਸਿਜ਼ ਆ ਦੈਟ ਇਜ਼ ਇਨਕਰੀਜ਼ ਰੈਵਨਿਊ ਆਫ ਦੀ ਕੰਪਨੀ। एंड थर्ड इज़ इंटरनल कम्यूनीकेशन। इंटरनेट ने फैसिलिटेट किया कम्यूनीकेशन, चाहे ऑर्गेनाइजेशन है दोज विद अ डिफरेंट जियोग्राफिकल रीजन। इंफॉर्मेशन फ्रॉम द हेड ऑफिस रीचेज द रेस्ट ऑफ द ब्रांचेस प्रॉम्प्टली। टुडे ईमेल मेन मैथड आ कम्यूनीकेशन का बहुत सारिया ऑर्गेनाइजेशनस दे विच भी। ईमेल स्टैंड्स फॉर द इलैक्ट्रॉनिक मेल। वी कैन से दैट असी इन्नी दूर जा नहीं सकते, अप्रोच नहीं कर सकते, किसी को मिल नहीं सकते, ईजी भेज नहीं सकते, इट टेक्स टाइम। उन्होंने सारिया लिमिटेशनस नू ईमेल ने की कीता, ओवरकम किया। एंड ईमेल इज़ द बेस्ट मैथड टू ओवरकम सच लिमिटेशनस। नैक्सट इज़ क्रिएटिंग एन इमेज। बिजनेस ऑर्गेनाइजेशनस ने इंटरनेट नू यूज़ करके वेरियस प्लेटफॉर्म्स ने एक प्रैफर्ड इमेज दी है। मोस्टली जी बिजनेस ऑर्गेनाइजेशनस ना उन्होंने वैबसाइट्स लाइक सोशल मीडिया प्लेटफॉर्म्स है ना, लाइक असी कह सकते हैं कोई एग्जाम्पल लैने हैं, दैट इज़ राइजिंग प्रेजेंस ऑफ बिजनेस पेजेस ऑन फेसबुक, इंस्टाग्राम एंड ट्विटर। ये प्लेटफॉर्म्स अलाउ करते हैं बिजनेस नू ऑनलाइन प्रेजेंस जिहदे विच कंपनी ने कुछ वैल्यूज़ ते बिलीफ्स नू डिस्पले किया जाता। नैक्सट इज़ अल्टरनेट बिजनेस मैथड। द सक्सैस ऑफ online stores like Amazon and eBay encourage other companies to establish online stores like we can say that जो ਅਸੀਂ ਕੁਛ ਖਰੀਦਣਾ ਹੁੰਦਾ ਅਸੀਂ ਘਰ ਬੈਠੇ Amazon ਤੋਂ ਬੜੇ ਹੀ ਵਧੀਆ ਤਰੀਕੇ ਦੇ ਨਾਲ ਅਸੀਂ ਆਪਣੀ ਸ਼ਾਪਿੰਗ ਕਰ ਲੈਂਦੇ ਹਾਂ ਹੈ ਨਾ, ਪੇਮੈਂਟ ਦੇ ਨਾਲ। ਲਾਈਕ ਅਸੀਂ ਕਹਿ ਸਕਦੇ ਹਾਂ e-commerce or the e-business is becoming increasingly successful with a growing number of people who prefer to shop online। ਮੋਸਟਲੀ ਅੱਜ ਕੱਲ੍ਹ ਦੇ ਲੋਕ ਔਨਲਾਈਨ ਸ਼ਾਪਿੰਗ ਨੂੰ ਪ੍ਰੈਫਰ ਕਰਦੇ ਨੇ। ਅਦਰ ਟ੍ਰੈਂਡਸ ਲਾਈਕ ਔਨਲਾਈਨ ਮੋਬਾਈਲ ਬੈਂਕਿੰਗ ਦੇ ਆਲਸੋ ਕੰਟਰੀਬਿਊਟ ਟੂ ਦ ਸਕਸੈਸ ਆਫ ਦ ਬਿਜ਼ਨਸ। ਨੈਕਸਟ ਆ ਸਕਦਾ ਨੈਕਸਟ ਆਪਾਂ ਕਹਿ ਸਕਦੇ ਨੇ ਇੰਪੋਰਟੈਂਸ ਆਫ ਇੰਟਰਨੈਟ ਟੂ ਦੀ ਸੁਸਾਇਟੀ ਨੂੰ ਇੰਟਰਨੈਟ ਨੇ ਕੀ ਰੋਲ ਪਲੇ ਕੀਤਾ, ਸੁਸਾਇਟੀ ਦੇ ਵਿੱਚ ਇੰਟਰਨੈਟ ਨੇ ਆਪਣਾ ਕੀ ਰੋਲ ਪਲੇ ਕੀਤਾ। ਸੋ ਸਟਾਰਟ ਵਿਦ society. The internet plays an important role in the society in the following ways. First is internationalization, globalization, communication, information dissemination and the public services. So start with internationalization. इंटरनेट ने फैसिलिटेट किया इंटरनेशनल रिलेशनशिप्स नू, कनैक्शनस नू होर मजबूत किया। ये जिहड़ियां इंटरैक्शनस ना वो इंपॉर्टेंट आ कदे कदे लई ट्रेड दे लई, सोशल एक्सपोजर दे लई, कल्चरल नॉलेज दे लई एंड इंब्रेसिंग डाइवर्सिटी। इंटरनेट ने फैसिलिटेट किया इंटरैक्शन डिफरेंट कंट्रीज़ दी, डिफरेंट इंडिविजुअल्स दी, डिफरेंट नेशनस दी विदाउट फॉर्मल एग्रीमेंट। सैकेंड इज़ ग्लोबलाइजेशन। Compared to the internationalization, globalization is more formal and focuses on the global economy. The internet is crucial in establishing one global economy because it eliminates all the physical boundaries that most avenues of business and the communication have. Third is communication. Today, मोस्ट पीपल इंटरनेट नू कादे लई यूज़ करते हैं, कम्यूनीकेशन दे लई। जिहड़ा डाइवर्स कम्यूनीकेशन प्लेटफॉर्म्स ने दैट इंश्योर दैट एवरीवन हैज़ अ प्रेफर्ड नेटवर्क। लाइक बिजनेस टेंड टू प्रेफर फॉर्मल प्लेटफॉर्म्स लाइक ईमेल्स, while young people prefer the less formal chatting sites such as WhatsApp, Facebook, Twitter. Most forms of communication including those on the mobile phone require connectivity to the internet. Then is information dissemination. Most of the people in the world today will
Google something before they ask for help from the other people, because Google ਤੇ ਬਹੁਤ ਸਾਰਾ ਮਟੀਰੀਅਲ ਇਦਾਂ ਦਾ ਈਜ਼ੀ ਪਿਆ ਸੀ, ਕਿਸੇ ਨੂੰ ਕਹੇ ਕਹਾਏ ਈਜ਼ੀਲੀ ਉਹਨੂੰ ਅਸੀਂ ਸਰਚ ਕਰ ਸਕਦੇ ਹਾਂ। ਇੱਕ ਫੇਮਸ ਸੇਇੰਗ ਆ, ਇੰਟਰਨੈਟ ਨੇ ਸਾਰੇ ਆਨਸਰਸ ਆ ਜਿਹੜੇ ਟਰੂ ਹੁੰਦੇ ਨੇ, ਬਿਕੋਜ਼ ਇਟ ਕੰਟੇਨਸ ਅਨਲਿਮਿਟਿਡ ਕੰਟੈਂਟ ਅਵੇਲੇਬਲ ਆਨਲਾਈਨ। In some instances, people solve problems like a flat car tire or a bad phone using videos, articles online. Internet also comes in handy with basic information like product ratings and the historical events. Then is public services. Evolution of the technology led to the evolution of system in most parts of the world. Governments now have websites where the public can acquire services and perform transactions like टैक्स पेमेंट। गवर्नमेंट ने इदां दे प्लेटफॉर्म्स प्रोवाइड किए ने जिथे बहुत सारी इनफॉर्मेशन पई आ, कोई प्रोग्रैस आ, कोई प्रोजैक्ट आ, कोई ਉਹਦਾ पब्लिक रिकॉर्ड आ। दैन ਅਸੀਂ इंटरनेट की गल सोसाइटी भी कर ली, बिजनेस भी कर ली, एजुकेशन भी कर ली। दैन इन द डेली लाइफ वट इज़ द इंपॉर्टेंस ऑफ इंटरनेट वी पीपल हैव। फर्स्ट इज ऑफ द न्यूज़, द इंपॉर्टेंस ऑफ इंटरनेट मीडिया की जर्नलिज्म इज़ अनडिनाएबल। इंटरनेट ने फैसिलिटेट किया टाइमली तो एक्यूरेट न्यूज़ ਨੂੰ। ਮੋਸਟ ਪੀਪਲ ਘਰ ਬੈਠੇ ਟੂਡੇ ਜਾਂ ਡੇਲੀ ਦਾ ਜਾਂ ਆਰਲੀ ਦਾ ਨਿਊਜ਼ ਇੰਟਰਨੈਟ ਤੋਂ ਕਲੈਕਟ ਕਰਦੇ ਨੇ। ਆਨਲਾਈਨ ਪ੍ਰੈਜ਼ੈਂਸ ਆ, ਈਜ਼ੀ ਆ, ਫੈਕਚੁਅਲ ਨਿਊਜ਼ ਮਿਲਦੀਆਂ, ਈ ਨਿਊਜ਼ਪੇਪਰਸ ਪ੍ਰੈਜ਼ੈਂਟ ਆ, ਆਨਲਾਈਨ ਮੈਗਜ਼ੀਨਸ ਪ੍ਰੈਜ਼ੈਂਟ ਆ, ਹੈ ਨਾ। ਬਹੁਤ ਸਾਰੀਆਂ ਇੱਦਾਂ ਦੀਆਂ ਸਾਈਟਸ ਆ ਜਿੱਥੋਂ ਅਸੀਂ ਨਿਊਜ਼ ਦੇਖ ਸਕਦੇ ਹਾਂ ਜਾਂ ਨਿਊਜ਼ਪੇਪਰ ਨੂੰ ਡਾਊਨਲੋਡ ਕਰਕੇ ਰੀਡ ਕਰ ਸਕਦੇ ਹਾਂ। ਨੈਕਸਟ ਇਜ਼ ਐਂਟਰਟੇਨਮੈਂਟ। ਬਹੁਤ ਸਾਰੇ ਐਂਟਰਟੇਨਮੈਂਟ ਦੇ ਸੋਰਸਿਸ ਆ, ਲਾਈਕ ਸੌਂਗਸ ਹੋ ਗਏ, यूट्यूब्स हो गई, है ना, फ्री एंटरटेनमेंट, फेसबुक आ, वीडियो ब्लॉग्स आ, ओपन गेमिंग प्लेटफॉर्म्स आ। इंटरनेट के एंटरटेनमेंट के सोर्सिस को भी जी साड़ी इंटरैक्शन वो बहुत ईजी करता। नैक्सट इज़ कम्यूनीकेशन। कम्यूनीकेशन ने बहुत ही रोल प्ले किया, लाइक असी फिजिकल बैरीयर्स रिमूव किए, है ना, फेस टू फेस जिते नहीं जा सकते उत्थे भी असी कम्यूनीकेशन कर सकते हैं, बट थ्रू द इंटरनेट, है ना। इन्हें बहुत साढ़े रिलेशनशिप्स को बिल्ड किया, साढ़े न्यू फ्रेंडशिप्स हो गई, साढ़े पार्टनरशिप्स न्यू बन गए। दैन फोर्थ इज़ कनैक्शंस विद द फ्रेंड्स एंड द फैमिली। द इंटरनेट keep people in touch with the rest of the world. Initially, one would only know the stories that the mainstream media reported. Now, however, people get to learn about different countries and people across the world directly from the source. Internet expose kita word nu without physical barriers, without filters, बहुत सारिया ऑप्शंस किया साडे लिए ईजी कीतियां। एंड इन द लास्ट we can discuss importance of internet to the security and the privacy। क्या इंटरनेट ने सानू सिक्योरिटी पॉइंट ऑफ व्यू तो या प्राइवेसी पॉइंट ऑफ व्यू तो की सानू मिलता। फर्स्ट इज आइडेंटिटी थेफ्ट एंड फ्रॉड। इंटरनेट सिक्योरिटी एंड द प्राइवेसी इंश्योर्स दैट वन हाइड देयर पर्सनल डिटेल्स फ्रॉम द फ्रॉडस्टर्स। साइबर क्रिमिनल्स आ जिन्होंने बहुत सारे साइबर क्राइम ऑनलाइन किए सी ਜਾਂ ਉਹਨਾਂ ਨੇ ਪ੍ਰਾਈਵੇਟ ਇਨਫੋਰਮੇਸ਼ਨ ਨੂੰ ਯੂਜ਼ ਕੀਤਾ ਟੂ ਕਮਿਟ ਦੀ ਕ੍ਰਾਈਮਸ ਐਂਡ ਈਵਨ ਸਟੀਲ ਫਰਮ ਦੀ ਸੇਮ ਪੀਪਲ। ਇਨ ਸਮ ਕੇਸਿਸ ਦ ਕ੍ਰਿਮੀਨਲਸ ਗੋ ਆਸਕ ਫॉर ਟੇਕਿੰਗ ਆਊਟ ਲੋਨਸ, ਮੇਕਿੰਗ ਪਰਚੇਜ਼, ਮੇਕਿੰਗ ਇਲੀਗਲ ਟ੍ਰਾਂਜੈਕਸ਼ਨਸ। ਦ ਡੈਮੇਜ ਇਜ਼ ਆਲਸੋ devastating and could lead to the criminal charges against innocent persons। Security and the privacy measures may also prevent criminals from one using information after stealing it. Second is computer damage. Internet security and the privacy prevent damage caused by the viruses and the hacking. A password, for example, limits the number of people who can access the computer. Software such as antivirus detect and protect the computer against harmful software and the viruses. People reduce the loss of money for repair or even purchasing a new computer by installing reliable security systems. And last is confidentiality. Internet ने security and privacy point of view तो they prevent the interception and access to the crucial yet private data. ਜਿਹੜੀਆਂ recent stories are on spying by the government agency shows that anyone could access private conversation and the information. Security measures reduce the risk of this interception and access, allowing one to enjoy privacy online. Undeniably, the internet runs over lives, or therefore the importance of the internet they can't go unmentioned. We should therefore take the appropriate measures to avoid risk,
discussed above, as well as using the internet in an educated manner to protect ourselves from things such as the cyberbullying. So by concluding this topic we can say that ਇੰਟਰਨੈਟ ਇੱਕ ਇੱਦਾਂ ਦੀ ਸਾਈਟ ਆ, ਇੱਦਾਂ ਦੀ ਇੱਕ ਨੈਟਵਰਕ ਦਾ ਕਨੈਕਸ਼ਨ ਆ ਜਿੱਥੋਂ ਸਾਨੂੰ ਬਹੁਤ ਹੀ ਈਜ਼ੀ ਵੇ ਦੇ ਵਿੱਚ ਬਹੁਤ ਹੀ ਗੁੱਡ ਇਨਫੋਰਮੇਸ਼ਨ ਬਹੁਤ ਹੀ ਘੱਟ ਪੈਸੇ ਲਗਾਇਆ ਬੜੇ ਆਪਣੇ ਈਜ਼ੀ ਅਸੈਸ 'ਤੇ ਜਾ ਕੇ ਸਾਨੂੰ ਮਿਲਦੀ ਪਈ ਆ। ਸੋ ਇੰਟਰਨੈਟ ਨੇ ਸਾਨੂੰ ਐਜੂਕੇਸ਼ਨ ਦੇ ਸੈਕਟਰ ਦੇ ਵਿੱਚ, ਬਿਜ਼ਨਸ ਦੇ ਸੈਕਟਰ ਦੇ ਵਿੱਚ, ਗਲੋਬਲ ਸੈਕਟਰ ਦੇ ਵਿੱਚ, ਮਾਰਕੀਟਿੰਗ ਦੇ ਸੈਕਟਰ ਦੇ ਵਿੱਚ, ਮਾਰਕੀਟਿੰਗ ਦੇ ਸੈਕਟਰ ਦੇ ਵਿੱਚ ਸਾਡੀ ਬਹੁਤ ਹੀ ਜ਼ਿਆਦਾ ਕੀ ਕੀਤੀ ਆ, ਹੈਲਪ ਪਲੇ ਕੀਤੀ ਹੈ। ਐਂਡ ਇੰਟਰਨੈਟ ਦੇ ਪਲੇਜ਼ ਐਨ ਵੈਰੀ ਇੰਪੋਰਟੈਂਟ ਰੋਲ ਫॉर ਇਨਹਾਂਸਿੰਗ ਨੌਲੇਜ ਨੂੰ ਟਰਾਂਸਮਿਟ ਕਰਨ ਦੇ ਲਈ ਜੋ ਸਾਡੀ ਟ੍ਰੈਡੀਸ਼ਨਲ ਨੌਲੇਜ ਆ ਬੁੱਕਸ ਦੇ ਵਿੱਚ ਛੁਪੀ ਹੋਈ ਸੀ ਉਹਨੂੰ ਅਸੀਂ ਇੱਕ ਗੁੱਡ ਵੇ ਦੇ ਕੇ ਇੱਕ ਪਲੇਟਫਾਰਮ 'ਤੇ ਲਿਆਂਦਾ ਐਂਡ ਉਸ ਪਲੇਟਫਾਰਮ ਨੂੰ ਕੋਈ ਵੀ ਪਰਸਨ ਬੜੇ ਈਜ਼ੀ ਵੇ ਦੇ ਵਿੱਚ ਕਿਤੇ ਵੀ ਜਾ ਕੇ ਕਿਤੋਂ ਬੈਠੇ ਅਸੈਸ ਕਰ ਸਕਦਾ। ਸੋ ਇੰਟਰਨੈਟ ਦੀਆਂ ਬਹੁਤ ਸਾਰੀਆਂ ਐਡਵਾਂਟੇਜਿਸ ਆ ਜੋ ਅਸੀਂ ਇਸ ਟੌਪਿਕ ਦੇ ਵਿੱਚ ਕੀ ਕੀਤੀਆਂ, ਡਿਸਕਸ। Next topic is social networking sites and blog. This is also a topic included in the syllabus of your first semester paper ICT skill development. So let us start with what are social networking sites. Social networking sites, these are the web-based services that allow individuals to create a public profile, to create a list of users with whom to share connections and view across the connections within the system. ਸੋਸ਼ਲ ਨੈਟਵਰਕਿੰਗ ਸਾਈਟਸ ਉਹ ਸਾਡੀਆਂ ਵੈਬ ਬੇਸਡ ਸਰਵਿਸਿਜ਼ ਨੇ ਜਿਹੜੀਆਂ ਇੰਡੀਵਿਜੂਅਲਸ ਨੂੰ ਅਲਾਓ ਕਰਦੀਆਂ ਉਹ ਆਪਣੀ ਪਬਲਿਕ ਇੱਕ ਪ੍ਰੋਫਾਈਲ ਕ੍ਰੀਏਟ ਕਰ ਸਕਣ ਜਿਹਨੂੰ ਪਬਲਿਕ ਦੇ ਲੋਕ ਦੇਖ ਵੀ ਸਕਣ ਐਂਡ ਉਹ ਇੱਕ ਇੱਦਾਂ ਦੀ ਲਿਸਟ ਯੂਜ਼ਰਸ ਦੀ ਵੀ ਕ੍ਰੀਏਟ ਕਰ ਸਕਣ ਜਿਹਦੇ ਨਾਲ ਉਹ ਆਪਣੇ ਵਿਊਜ਼ ਨੂੰ ਆਈਡੀਆਜ਼ ਨੂੰ ਸ਼ੇਅਰ ਕਰ ਸਕਣ ਵਿਦਿਨ ਦਾ ਸਿਸਟਮ। ਜੋ ਪਾਪੂਲਰ ਸੋਸ਼ਲ ਨੈਟਵਰਕਿੰਗ ਸਾਈਟਸ ਨੇ ਦੀਜ਼ ਆਰ ਫੇਸਬੁੱਕ, YouTube, ਟਵਿੱਟਰ, ਗੂਗਲ ਪਲੱਸ ਐਂਡ ਮਾਈਸਪੇਸ। ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਾਂ ਫੇਸਬੁੱਕ ਦੇ ਬਾਰੇ। ਫੇਸਬੁੱਕ ਦੈਟ ਇਜ਼ ਅ ਵੈਰੀ ਇੰਪੋਰਟੈਂਟ ਸੋਸ਼ਲ ਨੈਟਵਰਕਿੰਗ ਸਾਈਟ। ਇੰਪੋਰਟੈਂਟ ਮੈਂ ਤਾਂ ਕਿਹਾ ਬਿਕੋਜ਼ ਮੈਨੂੰ ਨਹੀਂ ਲੱਗਦਾ ਕੋਈ ਇੱਦਾਂ ਦਾ ਇਨਸਾਨ ਹੋਊਗਾ ਜੋ ਨਾਓ ਆ ਡੇਜ਼ ਫੇਸਬੁੱਕ ਨੂੰ ਯੂਜ਼ ਨਹੀਂ ਕਰਦਾ ਜਦੋਂ ਇੰਨਾ ਜ਼ਿਆਦਾ ਟੈਕਨੋਲੋਜੀ ਦਾ ਟਾਈਮ ਆ। ਤਾਂ ਜਿਹੜੀ ਫੇਸਬੁੱਕ ਆ ਦੈਟ ਇਜ਼ ਅ ਔਨਲਾਈਨ ਸੋਸ਼ਲ ਨੈਟਵਰਕਿੰਗ ਸਰਵਿਸਿਜ਼। ਜਿਹੜਾ ਦਾ ਨੇਮ ਆ ਇਟ comes from a colloquialism from the directory given to the students at some American universities. Facebook ਨੂੰ ਫਾਊਂਡ ਕੀਤਾ ਸੀ February 4, 2004 ਦੇ ਵਿੱਚ ਬਾਈ ਮਾਰਕ ਜ਼ਕਰਬਰਗ ਜਿਹਨੂੰ ਅਸੀਂ ਨਾਓ ਡੇਜ਼ ਫਾਦਰ ਆਫ ਦੀ ਫੇਸਬੁੱਕ ਦੇ ਨਾਮ ਦੇ ਨਾਲ ਡੋਨੇਟ ਕਰਦੇ ਹਾਂ ਜਾਂ ਉਹਨੂੰ ਯਾਦ ਕਰਦੇ ਹਾਂ। ਫੀਚਰਸ ਕੀ ਆ ਫੇਸਬੁੱਕ ਦੇ, ਇਹਦੇ ਤੋਂ ਅਸੀਂ ਕਰ ਕੀ ਸਕਦੇ ਹਾਂ। ਫਸਟ ਇਜ਼ ਅਪਲੋਡਿੰਗ ਫੋਟੋਜ਼ ਨੂੰ ਅਪਲੋਡ ਕਰ ਸਕਦੇ ਹਾਂ, ਅਸੀਂ ਵੀਡੀਓਜ਼ ਨੂੰ ਅਪਲੋਡ ਕਰ ਸਕਦੇ ਹਾਂ, ਅਸੀਂ ਆਪਣੇ ਸਟੇਟਸ ਕੀ ਆ ਫੇਸਬੁੱਕ 'ਤੇ ਅਪਲੋਡ ਕਰ ਸਕਦੇ ਹਾਂ। ਕੋਈ ਇਨਫੋਰਮੇਸ਼ਨ ਅਸੀਂ ਚੈੱਕ ਕਰਨੀ ਆ ਵੀ ਕੈਨ ਆਲਸੋ ਚੈੱਕ ਦਿਸ ਇਨਫੋਰਮੇਸ਼ਨ ਫਰੋਮ ਦੀ ਫੇਸਬੁੱਕ ਬਿਕੋਜ਼ ਬਹੁਤ ਸਾਰੇ ਪਰਸਨਸ ਨੇ ਜਿਹੜੇ ਐਜੂਕੇਸ਼ਨਲ ਸਟੇਟਸ ਪਾਉਂਦੇ ਨੇ, ਕੋਈ ਪਬਲਿਕ ਸਟੇਟਸ ਪਾਉਂਦਾ, ਕੋਈ ਸੋਸ਼ਲ, ਕੋਈ ਇਕਨੋਮਿਕ, ਕੋਈ ਕਿੱਦਾਂ, ਕੋਈ ਲਿਟਰੇਚਰ 'ਤੇ ਪਾਉਂਦਾ, ਕੋਈ ਸਪੋਰਟਸ 'ਤੇ। ਮਤਲਬ ਅਸੀਂ ਬਹੁਤ ਸਾਰੀ ਇਨਫੋਰਮੇਸ਼ਨ ਗੇਨ ਕਰ ਸਕਦੇ ਹਾਂ ਨਾ। ਕਿੰਨੇ ਸਾਡੇ ਪੇਜਿਸ ਬਣੇ ਹੋਏ ਨੇ ਜਿੱਥੋਂ ਸਾਨੂੰ ਕਿੰਨੀ ਲੇਟੈਸਟ ਇਨਫੋਰਮੇਸ਼ਨ ਅਪ ਟੂ ਡੇਟ ਮਿਲਦੀ ਆ ਥਰੂ ਫੇਸਬੁੱਕ। ਚੈਟਿੰਗ ਹੋ ਸਕਦੀ ਆ, ਵੀਡੀਓ ਕਾਲਿੰਗ ਹੋ ਸਕਦੀ ਆ, ਕਮੈਂਟਸ ਹੋ ਸਕਦੇ ਨੇ, ਹੈ ਨਾ। ਤਾਂ ਫੇਸਬੁੱਕ ਦੇ ਫੈਕਟਸ ਕੀ ਆ ਲਾਈਕ ਮੰਥਲੀ ਜਿਹੜੇ ਐਕਟਿਵ ਫੇਸਬੁੱਕ ਯੂਜ਼ਰਸ ਨੇ ਦੀਜ਼ ਆਰ 1.4 ਬਿਲੀਅਨ। ਐਵਰੀ ਡੇ ਆਲਮੋਸਟ 350 ਮਿਲੀਅਨ ਜਿਹੜੀਆਂ ਫੇਸਬੁੱਕ 'ਤੇ ਫੋਟੋਜ਼ ਅਪਲੋਡ ਹੁੰਦੀਆਂ ਐਂਡ ਐਵਰੀ 60 ਸੈਕਿੰਡਸ ਦੇ ਬਾਅਦ 2,93,000 ਜਿਹੜੇ ਸਟੇਟਸ ਆਫ ਫੇਸਬੁੱਕ 'ਤੇ ਪੋਸਟ ਹੁੰਦੇ ਆ। ਜਿਹੜਾ ਐਵਰੇਜ ਅਮਾਊਂਟ ਆਫ ਅ ਟਾਈਮ ਆ ਹਰੇਕ ਪਰਸਨ ਫੇਸਬੁੱਕ 'ਤੇ ਸਪੈਂਡ ਕਰਦਾ ਦੈਟ ਇਜ਼ ਪਰ ਮੰਥ 15 hours and 33 minutes. What a wonderful facts of the Facebook are. Second है that is YouTube. YouTube ਕੀ ਹੈ that is a video sharing website. ਇਹਨੂੰ ਕਿਹਨੇ ਕ੍ਰੀਏਟ ਕੀਤਾ ਸੀ that is created by 3 former PayPal employees that is
ਚੈਡ ਹਰਲੇ, ਸਟੀਵ ਚੈਨ, ਜੇਵਡ ਕਰੀਮ ਕਦ ਇਨ ਫੈਬਰਰੀ 2005 ਦੇ ਵਿੱਚ ਐਂਡ ਦੈਨ ਇਹਨੂੰ ਓਨ ਕੀਤਾ ਸੀ ਬਾਈ ਦੀ ਗੂਗਲ ਸਿੰਸ 2006। ਦਿਸ ਕੰਪਨੀ ਇਜ਼ ਬੇਸਡ ਇਨ ਸੈਨ ਬਰੂਨੋ ਕੈਲੀਫੋਰਨੀਆ। यूट्यूब के जो फैक्ट्स आ जो फर्स्ट यूट्यूब वीडियो entitled Me at the U and shows co-founder Javed Karim at the San Diego. This site has 800 million plus monthly unique visitors and average internet user spends 15 minutes means 900 seconds on YouTube daily. Average internet user. The first video hits 1 billion views, that is Gangnam Style by PSY in December 2012. The features of the YouTube are video playback, uploading, sharing, localization, and April Fools, etc. Then is Twitter. First we discussed Facebook, second is YouTube, and third is the main social networking site is Twitter. Twitter भी एक main online social networking site है। Twitter is an online social networking and microblogging service that enable user to send and read short 140 character text messages called as the tweets। लाइक ਆਪਾਂ कॉमनली सेइंग जो लोग ट्वीट करते हैं, ट्वीट किहदे उपर करते हैं, ट्विटर उपर, है ना। दैट इज़ अ 140 करैक्टर शॉर्ट टैक्सट मैसेज। ट्विटर नूं क्रिएट किया सी मार्च 2006 ਦੇ ਵਿੱਚ बाय जैक डॉर्सी। दैट वाज द फाउंडर ऑफ द ट्विटर। ट्विटर ਦੇ फैक्ट्स की ने? ट्विटर एक्सपीरियंस मोर दैन 500 million tweets a day. Katy Perry is the most followed Twitter account with more than 51 million followers. Ellen DeGeneres received most retweets in March. This year, 70% of the Twitter accounts are outside the US. China is the country with the most Twitter users with 35.5 million users. Next is why social networking is so popular these days. Social networking ਅੱਜ-ਕੱਲ੍ਹ ਦੇ ਡੇਜ਼ ਦੇ ਵਿੱਚ ਜਾਂ ਟਾਈਮ ਦੇ ਵਿੱਚ ਇੰਨੀ ਪੋਪੂਲਰ ਕਿਉਂ ਆ? ਬਿਕੋਜ਼ ਸਭ ਤੋਂ ਪਹਿਲਾਂ ਦੇ ਆਰ ਫ੍ਰੀ ਟੂ ਯੂਜ਼। ਇਹਨਾਂ ਨੂੰ ਜਿਹੜਾ ਯੂਜ਼ ਕਰਨਾ ਉਹ ਫ੍ਰੀ ਆਫ ਕਾਸਟ ਆ। ਸੈਕਿੰਡ, ਇਟ ਇਜ਼ ਈਜ਼ੀ ਟੂ ਅਸੈਸ। ਇਹਨਾਂ ਨੂੰ ਅਸੈਸ ਕਰਨਾ ਵੀ ਬਹੁਤ ਹੀ ਈਜ਼ੀ ਆ। ਥਰਡ, ਸੋਸ਼ਲ ਨੈਟਵਰਕਿੰਗ ਸਾਈਟਸ ਦੇ ਆਰ ਯੂਜ਼ਰ ਫਰੈਂਡਲੀ। ਜੇ ਯੂਜ਼ਰ ਫਰੈਂਡਲੀ ਆ ਸੋਸ਼ਲ ਨੈਟਵਰਕਿੰਗ ਸਾਈਟਸ, ਚਾਹੇ ਤੁਸੀਂ ਇਹਨੂੰ YouTube ਨੂੰ ਲਾ ਲਓ, ਚਾਹੇ ਤੁਸੀਂ ਗੂਗਲ ਨੂੰ ਲਾ ਲਓ, ਚਾਹੇ ਤੁਸੀਂ ਟਵਿੱਟਰ ਨੂੰ ਲਾ ਲਓ ਐਂਡ ਚਾਹੇ ਤੁਸੀਂ ਫੇਸਬੁੱਕ ਨੂੰ ਲਾ ਲਓ, ਦੀਜ਼ ਆਰ ਯੂਜ਼ਰ ਫਰੈਂਡਲੀ। ਇਹਦੇ ਨਾਲ ਸਾਨੂੰ ਅਪਰਚੁਨਿਟੀ ਮਿਲਦੀ ਆ ਨਵੇਂ ਲੋਕਾਂ ਨੂੰ ਮਿਲਣ ਦੀ, ਜੋ ਸਾਨੂੰ ਉੱਦਾਂ ਨਹੀਂ ਮਿਲਦੀ। ਤਾਂ ਕਰਕੇ ਇਹਨਾਂ 4 ਫੀਚਰਸ ਕਰਕੇ ਜਿਹੜੀਆਂ ਸੋਸ਼ਲ ਨੈਟਵਰਕਿੰਗ ਸਾਈਟਸ ਆ ਉਹ ਬਹੁਤ ਹੀ ਜ਼ਿਆਦਾ ਕੀ ਹੋ ਗਈਆਂ ਨਾਓ ਆ ਡੇਜ਼ ਪੋਪੂਲਰ ਹੁੰਦੀਆਂ ਜਾਂਦੀਆਂ। ਐਂਡ ਦੈਨ ਕਮ ਐਡਵਾਂਟੇਜਿਸ। ਸੋਸ਼ਲ ਨੈਟਵਰਕਿੰਗ ਸਾਈਟਸ ਦੀਆਂ ਐਡਵਾਂਟੇਜਿਸ ਕੀ ਆ? ਇਹਦੇ ਸਾਨੂੰ ਫਾਇਦੇ ਕੀ ਆ? ਫਸਟਲੀ, ਜਿਹੜੀਆਂ ਨੈਟਵਰਕਿੰਗ ਸਾਈਟਸ ਆ these sites can be accessed from any part of the world। ਕਿਤੇ ਮਰਜ਼ੀ ਬੈਠ ਕੇ ਅਕਰੋਸ ਦੀ ਗਲੋਬ ਅਸੀਂ YouTube ਨਹੀਂ ਯੂਜ਼ ਕਰ ਸਕਦੇ। ਇਹ ਤਾਂ ਹੈ ਨਹੀਂ ਵੀ ਅਸੀਂ ਚਾਈਨਾ ਚਲੇ ਗਏ YouTube ਬੰਦ ਹੋ ਗਈ, ਅਸੀਂ ਅਮਰੀਕਾ ਚਲੇ ਗਏ YouTube ਬੰਦ ਹੋ ਗਈ, ਅਸੀਂ ਕੈਨੇਡਾ ਆ ਗਏ YouTube ਬੰਦ ਹੋ ਗਈ। ਨੋ, ਇਹਨੂੰ ਅਸੀਂ ਕਿਤੋਂ ਬੈਠ ਕੇ ਵੀ ਜੇ ਸਾਡੇ ਇਹਨਾਂ ਸਾਈਟਸ ਇਹਨਾਂ ਦੀ ਐਡਵਾਂਟੇਜ ਹੀ ਇਹ ਆ, ਜੇ ਸਾਡੇ ਇਹਨਾਂ ਸਾਈਟਸ ਦੇ ਉੱਪਰ ਆਪਣੇ ਅਕਾਊਂਟ ਬਣਾਏ ਹੋਏ ਨੇ ਤਾਂ ਅਸੀਂ ਇਹਨਾਂ ਨੂੰ ਕਿਤੇ ਬੈਠ ਕੇ ਵੀ ਅਸੈਸ ਕਰ ਸਕਦੇ ਇਨ ਐਨੀ ਕਾਰਨਰ ਆਫ ਦੀ ਵਰਲਡ। ਇਟ ਇਜ਼ ਨਾਟ ਨੈਸੈਸਰੀ ਟੂ ਸਿਟ ਇਨ ਅ ਪਰਟੀਕੂਲਰ ਕਾਰਨਰ ਐਂਡ ਅਸੈਸ ਦੀ ਸਾਈਟਸ। ਨੋ, ਇਟ ਇਜ਼ the advantages of the social networking sites that the sites can be accessed from the any part of the world. This is the first advantage of the social networking site. Second,
It is easier than ever to keep in contact with old friends and the colleagues. Like in the old time, in the past time, we have not any site with on which we can make a contact or keep in touch with our friends, and these social networking sites is the only way to keep in contact with the old friends and the colleague, which is important part of our life. It helps students in interacting with one another and share their ideas, and by sharing their ideas, it helps in improving the students creativity. ਬੱਚਿਆਂ ਦੀ ਕ੍ਰੀਏਟੀਵਿਟੀ ਵਧਦੀ ਹੈ ਜਦੋਂ ਉਹ ਆਪਣੇ ਆਈਡੀਆਜ਼ ਨੂੰ ਕੀ ਕਰਦੇ ਇੱਕ ਦੂਸਰੇ ਦੇ ਨਾਲ ਸ਼ੇਅਰ ਕਰਦੇ ਨੇ। ਮੀਨਸ these sites are the channels to improve the creativity of the students, and various social activities like such as blood donating, financial support, these are conducted through such sites and publish advertisement with the low cost। जैसे किसी भी चीज़ ਦੀ ਐਡ ਲਾਈਕ ਮੈਂ ਦੱਸਿਆ ਵੀ ਫੇਸਬੁੱਕ ਦੇ ਉੱਪਰ ਬਹੁਤ ਸਾਰੇ ਇੱਦਾਂ ਦੇ ਪੇਜਸ ਬਣੇ ਨੇ ਜਿੱਥੇ ਲੋਕੀ ਆਪਣੀ ਐਡਵਰਟਾਈਜ਼ਮੈਂਟ ਬੜੇ ਹੀ ਘੱਟ ਕਾਸਟ ਦੇ ਵਿੱਚ ਕਰ ਸਕਦੇ ਨੇ। ਉੱਦਾਂ ਜੇ ਆਪਾਂ ਉਹਨਾਂ ਨੂੰ ਰਿਐਲਿਟੀ 'ਚ ਦੇਖੀਏ ਉਹਨਾਂ ਨੇ ਐਡਵਰਟਾਈਜ਼ਮੈਂਟ ਕਰਵਾਉਣੀ ਆ, ਉਹਨਾਂ ਨੂੰ ਪੋਸਟਰਸ ਬਣਵਾਉਣੇ ਪੈਣਗੇ, ਫਿਰ ਉਹਨਾਂ ਨੂੰ ਪਬਲਿਸ਼ ਕਰਵਾਉਣੇ ਪੈਣਗੇ, ਫਿਰ ਉਹਨਾਂ ਨੂੰ ਬੋਜ਼ ਉੱਪਰ ਲਗਵਾਉਣਾ ਪਊਗਾ, ਕਿੰਨੀ ਜ਼ਿਆਦਾ ਕਾਸਟ ਲੱਗੂਗੀ। ਐਂਡ ਸੋਸ਼ਲ ਨੈਟਵਰਕਿੰਗ ਸਾਈਟਸ ਉੱਪਰ ਡਿਜ਼ਾਈਨ ਕੀਤਾ ਐਂਡ ਉਹਨੂੰ ਅਪਲੋਡ ਕੀਤਾ ਐਂਡ ਸ਼ੇਅਰ ਵਿਦ ਦਾ ਫਰੈਂਡਸ, ਉਹ ਅੱਗੇ ਦੇ ਅੱਗੇ ਸ਼ੇਅਰ ਕਰਦੇ ਨੇ ਨੈਟਵਰਕ ਦੇ ਥਰੂ। ਤਾਂ ਜਿਹੜੀ ਸਾਡੀ ਐਡਵਰਟਾਈਜ਼ਮੈਂਟ ਆ ਉਹ ਬਹੁਤ ਹੀ ਘੱਟ ਟਾਈਮ ਦੇ ਵਿੱਚ ਬਹੁਤ ਹੀ ਘੱਟ ਕਾਸਟ 'ਤੇ ਹੋ ਜਾਂਦੀ ਆ। ਸੋ ਇਹ ਸਾਰੀਆਂ ਇਹਦੀਆਂ ਕੀ ਆ ਐਡਵਾਂਟੇਜਸ ਨੇ। ਐਂਡ ਨੈਕਸਟ ਜੇ ਕਿਸੇ ਚੀਜ਼ ਦੀਆਂ ਐਡਵਾਂਟੇਜਸ ਨੇ ਇਟ ਇਜ਼ necessary to have disadvantages too. So start with the disadvantages of the social networking sites। ਇਹਨਾਂ ਦੇ disadvantages ਕੀ ਆ? The most common disadvantage of the social networking sites is addiction। ਅਸੀਂ addict ਹੋ ਗਏ, ਲਾਈਕ ਅਸੀਂ 5 ਮਿੰਟਸ ਬਾਅਦ ਜਾਂ 2 ਸੈਕਿੰਡਸ ਬਾਅਦ ਫੋਨ ਕੱਢ ਕੇ ਔਨ ਕਰਕੇ ਦੇਖੀ ਜਾਂਦੇ ਕੋਈ ਮੈਸੇਜ ਆਇਆ ਜਾਂ ਨਹੀਂ ਆਇਆ ਹੈ ਨਾ, ਜਾਂ ਉਹ ਕਿੰਨਾ ਆਪਣਾ ਟਾਈਮ ਵੇਸਟ ਕਰ ਜਾਂਦੇ, ਕਿੰਨੀ ਆਪਣੀ ਆਈ ਸਾਈਟਸ ਨੂੰ ਤਾਂ ਯੂਜ਼ ਕਰ ਵੀ ਅਡਿਕਟ ਹੋ ਜਾਂਦੇ ਆ। ਮੋਰਨਿੰਗ ਈਵਨਿੰਗ ਆਫਟਰਨੂਨ ਦੇ ਵਿੱਚ ਅਸੀਂ ਫੋਨ ਹੀ ਨਹੀਂ ਛੱਡਦੇ। ਜੋ ਅਡਿਕਸ਼ਨ ਆ ਦੈਟ ਇਜ਼ ਅ ਡਿਸਐਡਵਾਂਟੇਜ ਹੈ ਨਾ। ਇੰਨੀ ਜ਼ਿਆਦਾ ਅਡਿਕਸ਼ਨ ਵੀ ਨਹੀਂ ਹੋਣੀ ਚਾਹੀਦੀ। ਆਫਨ ਜਿਹੜੇ ਯੂਜ਼ਰਸ ਆ ਉਹ ਸਾਈਟਸ ਨੂੰ ਅਡਿਕਟ ਹੋ ਜਾਂਦੇ ਆ, ਉਹ ਆਪਣੇ ਬਹੁਤ ਸਾਰੇ ਜਿਹੜੇ ਆਰਸ ਆ ਉਹਨਾਂ ਸਾਈਟਸ ਦੇ ਉੱਪਰ ਹੀ ਸਪੈਂਡ ਕਰਦੇ ਨੇ। ਉਹ ਜਿਹੜੀ ਉਹਨਾਂ ਦੀ ਅਕੈਡਮਿਕ ਪਰਫਾਰਮੈਂਸ ਉਹਨੂੰ ਬਹੁਤ ਹੀ ਬੁਰੀ ਤਰ੍ਹਾਂ ਦੇ ਨਾਲ ਕੀ ਕਰ ਦਿੰਦੇ ਨੇ ਹਾਂ, ਕਿਉਂਕਿ ਉਹਨਾਂ ਨੂੰ ਫੋਨ ਦੀ ਐਡਿਕਸ਼ਨ ਹੋ ਗਈ ਐਂਡ ਦੇ ਡੋਂਟ ਗੋ ਟੂਵਰਡਸ ਦਾ ਸਿਲੇਬਸ। ਆਪਣਾ ਸਿਲੇਬਸ ਤਾਂ ਦੇਖਦੇ ਨਹੀਂ, ਉਹਨਾਂ ਦੀ ਜਿਹੜੀ ਅਕੈਡਮਿਕ ਪਰਫਾਰਮੈਂਸ ਆ ਡੇ ਬਾਈ ਡੇ ਕੀ ਹੁੰਦੀ ਜਾਂਦੀ ਆ, ਡਾਊਨ ਹੁੰਦੀ ਜਾਂਦੀ ਆ। ਸੋ ਜਿਹੜੀ ਫਸਟ ਡਿਸਐਡਵਾਂਟੇਜ ਆ ਦੈਟ ਗੋਸ ਟੂ ਦੀ ਐਡਿਕਸ਼ਨ ਨੂੰ ਜਾਂਦੀ ਆ। ਸੈਕਿੰਡ, ਜਿਹੜੇ ਸਮ ਇੱਦਾਂ ਦੇ ਪਰਸਨਸ ਨੇ ਜਿਹੜੇ ਸੋਸ਼ਲ ਨੈਟਵਰਕਿੰਗ ਸਾਈਟਸ ਨੂੰ ਬਹੁਤ ਰਾਤ ਤੱਕ ਯੂਜ਼ ਕਰਦੇ ਰਹਿੰਦੇ ਨੇ ਐਂਡ ਇਟ ਲੀਡਸ ਟੂ ਮੈਂਟਲ ਹੈਲਥ ਪ੍ਰੋਬਲਮਸ। ਉਹਨਾਂ ਦੀਆਂ ਮੈਂਟਲ ਹੈਲਥ ਪ੍ਰੋਬਲਮਸ ਹੋ ਜਾਂਦੀਆਂ ਐਂਡ ਸਮਟਾਈਮਸ ਇਟ ਹਾਰਮਸ ਦੇਅਰ ਬੋਡੀ ਟੂ। ਐਂਡ ਕਈ ਵਾਰ ਇੰਨੀ ਜ਼ਿਆਦਾ ਉਹਨਾਂ ਨੂੰ ਸੀਰੀਅਸ ਪ੍ਰੋਬਲਮ ਹੋ ਜਾਂਦੀ ਹੈ ਤਾਂ ਉਹਨਾਂ ਦੀ ਬੋਡੀ ਦੀ ਜਿਹੜੀ ਡਿਗਰੇਡੇਸ਼ਨ ਉਹ ਸਟਾਰਟ ਹੋ ਜਾਂਦੀ ਹੈ। ਬਹੁਤ ਸਾਰੀਆਂ ਪ੍ਰੋਬਲਮਸ ਉਹਨਾਂ ਨੂੰ ਕੀ ਹੋ ਜਾਂਦੀ ਕਾਜ਼ ਹੋ ਜਾਂਦੀਆਂ, ਬਿਕੋਜ਼ ਇਹ ਵੀ ਜਿਹੜੀ ਇੱਕ ਟਾਈਪ ਆ ਦੈਟ ਇਜ਼ ਦਿਸ ਇਜ਼ ਆਲਸੋ ਆ ਪਾਰਟ ਆਫ ਦੀ ਐਡਿਕਸ਼ਨ। ਜਿਹੜੇ ਮੋਸਟਲੀ ਪਰਸਨਸ ਆਪਣਾ ਸਾਰਾ ਦਾ ਸਾਰਾ ਟਾਈਮ ਫੇਸਬੁੱਕ 'ਤੇ ਯੂਜ਼ ਕਰਦੇ ਨੇ ਵਿਚ ਦੇ ਲੈਕ ਟੂ ਸਪੈਂਡ ਟਾਈਮ ਵਿਦ ਦ ਫੈਮਿਲੀ ਮੈਂਬਰਸ। ਆਪਣੇ ਕੋਲ ਬੈਠੇ ਫੈਮਿਲੀ ਮੈਂਬਰ ਦੇ ਨਾਲ ਉਹ ਟਾਈਮ ਸਪੈਂਡ ਨਹੀਂ ਕਰਦੇ, ਇੰਸਟੈਡ ਦੇ ਸਪੈਂਡ ਦੇਅਰ ਟਾਈਮ ਔਨ ਦੀ ਫੇਸਬੁੱਕ। ਦੈਟ ਇਜ਼ ਆਲਸੋ ਅ ਡਿਸਐਡਵਾਂਟੇਜ ਐਂਡ ਇਟ ਇਜ਼ ਅ ਸੀਰੀਅਸ ਡਿਸਐਡਵਾਂਟੇਜ। ਸਮਟਾਈਮਸ ਜਿਹੜੇ ਯੂਜ਼ਰਸ ਨੇ ਆਪਣੀ ਪਰਸਨਲ ਇਨਫੋਰਮੇਸ਼ਨਸ ਨੂੰ ਅਦਰਸ ਦੇ ਨਾਲ ਸ਼ੇਅਰ ਕਰਦੇ, ਦੈਟ ਇਜ਼ ਅ ਇਨਸਿਕਿਉਰਿਟੀ ਪੁਆਇੰਟ ਆਫ ਵਿਊਜ਼। ਐਂਡ ਜਿਹੜੇ ਸਟਰੇਂਜਰਸ ਨੇ ਇਹਨਾਂ ਨੂੰ ਟਰੈਕ ਕਰਕੇ ਈਜ਼ੀਲੀ ਟਰੈਕ ਕਰਕੇ ਉਹਨਾਂ ਦੀ ਪਰਸਨਲ ਇਨਫੋਰਮੇਸ਼ਨ ਨੂੰ ਕਿਤੇ ਵੀ ਉਹ ਕੀ ਕਰ ਸਕਦੇ ਨੇ ਯੂਜ਼ ਕਰ ਸਕਦੇ ਨੇ, ਲਾਈਕ ਉਹਨਾਂ ਦੀ ਪਰਸਨਲ ਫੋਟੋਜ਼ ਨੇ ਹੈ ਨਾ, ਵੀਡੀਓਜ਼ ਨੇ, ਉਹਨਾਂ ਇਹ ਸਾਰੀਆਂ ਡਿਸਐਡਵਾਂਟੇਜਸ ਆ ਜਾਂਦੀਆਂ। ਤਾਂ ਜਿਹੜੀ ਮੇਨ ਅਸੀਂ ਗੱਲ ਕੀਤੀ ਆ ਇਹਦੇ ਜਿਹੜੇ ਸਾਡੇ ਸਾਹਮਣੇ ਐਡਵਾਂਟੇਜਸ ਬਹੁਤ ਨੇ ਸੋਸ਼ਲ ਨੈਟਵਰਕਿੰਗ ਸਾਈਟਸ 'ਤੇ। ਦੈਟ ਇਜ਼ ਨਾਟ ਡੇਂਜਰਸ ਸਾਈਟਸ, ਦੀਜ਼ ਆਰ ਦਾ ਯੂਜ਼ਫੁਲ ਸਾਈਟਸ ਟੂ, ਬਟ ਇਹਨੂੰ ਸਾਨੂੰ ਕਿਸੇ ਲਿਮਿਟਡ ਟਾਈਮ ਦੇ ਲਈ ਅਸੈਸ ਕਰਨਾ ਚਾਹੀਦਾ। ਐਂਡ ਲਿਮਿਟ ਕ੍ਰੋਸ ਕਰਕੇ ਜੇ ਅਸੀਂ ਕਿਸੇ ਵੀ ਚੀਜ਼ ਨੂੰ ਯੂਜ਼ ਕਰਾਂਗੇ ਦੈਟ ਬਿਕਮਸ ਡਿਸਐਡਵਾਂਟੇਜ। ਤਾਂ ਉੱਦਾਂ ਹੀ ਸਾਡੀ ਜਿਹੜੀ ਸਾਡੇ ਫੋਨਸ ਆ ਸਾਡੇ ਲਈ ਡਿਸਐਡਵਾਂਟੇਜ ਬਣ ਗਏ, ਬਿਕੋਜ਼ ਅਸੀਂ ਫੋਨਸ ਦੇ ਉੱਪਰ ਸੋਸ਼ਲ ਨੈਟਵਰਕਿੰਗ ਸਾਈਟਸ ਨੂੰ ਯੂਜ਼ ਕਰੀ ਜਾਂਦੇ ਹਾਂ ਇੰਸਟੈਡ ਆਪਣਾ ਟਾਈਮ ਕਿਤੇ ਇੰਨਾ ਕੋਸਟਲੀ ਟਾਈਮ ਕਿਤੇ ਹੋਰ ਸਪੈਂਡ ਨਹੀਂ ਕਰ ਪਾਉਂਦੇ। ਐਂਡ ਨੈਕਸਟ ਕਮਸ ਬਲੌਗ। ਬਲੌਗ ਹੁੰਦਾ ਕੀ ਆ? ਬਲੌਗ ਦੈਟ ਇਜ਼ ਅ ਡੈਰੀਵੇਟਿਵ ਆਫ ਵੈਬ ਐਂਡ ਦੀ ਲੌਗ। ਇਟ ਇਜ਼ ਅਸੈਂਸ਼ਲੀ ਐਨ ਔਨਲਾਈਨ ਡਾਇਰੀ। ਇੱਕ ਔਨਲਾਈਨ ਡਾਇਰੀ ਦੀ ਤਰ੍ਹਾਂ ਵਾ ਜਿੱਥੇ ਵੇਅਰ ਐਨੀਵਨ ਵਿਦ ਅ ਬੇਸਿਕ ਨੌਲੇਜ ਆਫ ਕੰਪਿਊਟਰ ਕੈਨ ਪੋਸਟ ਐਨੀਥਿੰਗ ਲਾਈਕ ਰੈਂਡਮ ਥਾਟਸ, photos,
homework, poetry, just to name a few, for the rest of the world to see. Like blog एक derivative ਆ of the two words that is a web and the log, एक ऑनलाइन ਡਾਇਰੀ ਦੀ ਤਰ੍ਹਾਂ ਅਸੀਂ ਯੂਜ਼ ਕਰ ਸਕਦੇ ਨੇ ਜਿਹਦੇ ਕੋਲ ਥੋੜੀ ਜਿਹੀ ਬੇਸਿਕ ਨੌਲੇਜ ਆ ਕੰਪਿਊਟਰ ਦੀ, ਉਹ ਬਲੌਗ ਬਣਾ ਕੇ ਆਪਣੇ ਰੈਂਡਮ ਥਾਟਸ ਨੂੰ, ਆਪਣੀਆਂ ਫੋਟੋਜ਼ ਨੂੰ, ਆਪਣੀ ਹੋਮਵਰਕ ਨੂੰ, ਆਪਣੀ ਪੋਇਟਰੀ ਨੂੰ ਪੂਰੇ ਵਰਡ ਦੇ ਨਾਲ ਕੀ ਕਰ ਸਕਦਾ, ਜਿਹਨੂੰ ਪੂਰਾ ਵਰਡ ਦੇਖ ਲਵੇ, ਵਰਡ ਟੂ ਸੀ, ਦੈਟ ਇਜ਼ ਅ ਬਲੌਗ. ਲਾਈਕ in this slide ਤੁਸੀਂ ਬਲੌਗਸ ਦੀਆਂ ਟਾਈਪਸ ਦੇਖ ਸਕਦੇ ਨੇ. ਬਲੌਗ ਦੇ ਕਿਹੜੀਆਂ ਟਾਈਪਸ ਆ, ਇਹਦੇ ਵਿੱਚ ਮੈਂ ਸਾਰੀਆਂ ਟਾਈਪਸ ਨੂੰ ਸ਼ੋ ਕੀਤੀਆਂ. ਲਾਈਕ ਪਰਸਨਲ ਬਲੌਗਸ ਵੀ ਹੁੰਦੇ ਨੇ, ਬਿਜ਼ਨਸ ਬਲੌਗ ਵੀ ਹੁੰਦੇ ਨੇ, ਸਕੂਲ ਦੇ ਬਲੌਗਸ ਵੀ ਹੁੰਦੇ ਨੇ, ਹੈ ਨਾ, ਪ੍ਰਾਈਵੇਟ ਬਲੌਗਸ ਵੀ ਹੁੰਦੇ ਨੇ, ਮਤਲਬ ਅਲੱਗ-ਅਲੱਗ ਬਲੌਗਸ ਦੀਆਂ ਟਾਈਪਸ ਆ. ਸੋ ਇਸ ਡਾਇਗਰਾਮ ਦੇ ਵਿੱਚ ਆਪਾਂ ਜਸਟ ਕੀ ਦੇਖਿਆ ਵੀ ਬਲੌਗ ਦੀਆਂ ਟਾਈਪਸ ਕਿਹੜੀਆਂ ਲਾਈਕ ਫਸਟ ਡਾਇਗਰਾਮ ਇੰਡੀਵਿਜੂਅਲ ਬਲੌਗ ਹੋ ਗਿਆ, ਸੈਕਿੰਡ ਸਾਡਾ ਪਰਸਨਲ ਬਲੌਗ ਹੋ ਗਿਆ, ਕੋਈ ਪ੍ਰਾਈਵੇਟ ਬਲੌਗ ਹੋ ਗਿਆ, ਕੋਈ ਬਿਜ਼ਨਸ ਬਲੌਗ ਹੋ ਗਿਆ, ਹੈ ਨਾ. ਸੋ ਦੈਨ ਵੀ ਸਟਾਰਟ ਵਿਦ ਟਾਈਪ ਆਫ ਦੀ ਬਲੌਗਸ ਦੀਆਂ ਕਿਹੜੀਆਂ ਟਾਈਪਸ ਆ, ਔਨਲਾਈਨ ਡਾਇਰੀ ਨੂੰ ਅਸੀਂ ਕਿਹੜੇ ਟਾਈਪਸ ਦੇ ਪੁਆਇੰਟ ਆਫ ਵਿਊ ਤੋਂ ਯੂਜ਼ ਕਰ ਸਕਦੇ ਹਾਂ. ਸੋ ਫਸਟ ਆਪਾਂ ਟੋਟਲ ਇਹਦੀਆਂ ਟਾਈਪਸ ਦੇਖਾਂਗੇ. ਫਸਟ ਇਜ਼ ਪਰਸਨਲ ਬਲੌਗਸ ਹੁੰਦੇ ਆ, ਸੈਕਿੰਡ ਬਿਜ਼ਨਸ ਦੇ ਬਲੌਗਸ ਹੁੰਦੇ ਆ, ਥਰਡ ਸਕੂਲਸ ਦੇ ਆਪਣੇ ਵੱਖਰੇ ਬਲੌਗਸ ਬਣਾਏ ਹੋਏ ਨੇ, ਪੋਲੀਟਿਕਸ ਦੇ ਆਪਣੇ ਵੱਖਰੇ ਬਲੌਗਸ ਹੁੰਦੇ ਨੇ, ਮਿਲਟਰੀ ਦੇ ਆਪਣੇ ਵੱਖਰੇ ਬਲੌਗਸ ਹੁੰਦੇ ਨੇ, ਨਾਨ ਪ੍ਰੋਫਿਟ ਏਜੰਸੀਜ਼ ਦੇ ਆਪਣੇ ਵੱਖਰੇ ਬਲੌਗਸ ਹੁੰਦੇ ਨੇ, ਸਪੋਰਟਸ ਬਲੌਗਸ ਅਲੱਗ ਹੁੰਦੇ ਨੇ ਅਤੇ ਪ੍ਰਾਈਵੇਟ ਬਲੌਗਸ ਅਲੱਗ. ਦੀਜ਼ ਆਲ ਆਰ ਦਾ ਟਾਈਪਸ ਆਫ ਦੀ ਬਲੌਗਸ. ਸੋ ਸਟਾਰਟ ਵਿਦ ਵਟ ਆਰ ਦਾ ਪਰਸਨਲ ਬਲੌਗਸ. ਪਰਸਨਲ ਬਲੌਗਸ ਕੀ ਆ, ਪਰਸਨਲ ਬਲੌਗਸ ਦੇ ਵਿੱਚ ਇਨਕਲੂਡ ਕੀ ਹੁੰਦਾ, ਅਸੀਂ ਗੱਲ ਕਰਦੇ ਹਾਂ ਪਰਸਨਲ ਬਲੌਗਸ ਦੀ. ਜਿਹੜਾ ਪਰਸਨਲ ਬਲੌਗ ਆ, ਦਿਸ ਇਜ਼ ਦਾ ਬਰੋਡੈਸਟ ਕੈਟਾਗਰੀ. ਇਹ ਬਰੋਡੈਸਟ ਕੈਟਾਗਰੀ ਆ. ਇਹਦੇ ਵਿੱਚ ਅਸੀਂ ਉਹਨਾਂ ਸਾਰੇ ਬਲੌਗਸ ਨੂੰ ਇਨਕਲੂਡ ਕਰਦੇ ਨੇ ਲਾਈਕ ਪੋਲੀਟਿਕਸ, ਮਿਊਜ਼ਿਕ, ਫੈਮਿਲੀ, ਟਰੈਵਲ, ਹੈਲਥ ਐਂਡ ਯੂ ਨੇਮ ਇਟ, ਜੋ ਤੁਸੀਂ ਦੇਣਾ ਚਾਹੁੰਦੇ ਹੋ, ਹੈ ਨਾ. ਸੈਕਿੰਡ ਜਿਹੜੇ ਸਾਡੇ ਕੋਲ ਬਲੌਗਸ ਆਉਂਦੇ ਨੇ, ਦੀਜ਼ ਆਰ ਦਾ ਬਿਜ਼ਨਸ ਬਲੌਗਸ. ਬਿਜ਼ਨਸ ਨਾਲ ਰਿਲੇਟਡ ਅਸੀਂ ਕੋਈ ਵੀ ਐਡਵਰਟੀਜ਼ਮੈਂਟ ਕਰਨੀ ਆ ਜਾਂ ਬਿਜ਼ਨਸ ਨਾਲ ਰਿਲੇਟਡ ਅਸੀਂ ਕੁਛ ਵੀ ਡਿਸਪਲੇ ਕਰਨਾ, ਅਸੀਂ ਬਲੌਗ ਦੀ ਫੋਰਮ 'ਚ ਕਰ ਸਕਦੇ ਨੇ. ਮੀਨਸ ਪ੍ਰੋਫੈਸ਼ਨਲ ranging from realtors to the lawyers and stock brokers are using WordPress. So WordPress blog use ਕਰਦੇ ਨੇ to share their expertise, and companies have discovered the power of blogs to personally engage with their customers. And then ਆਪਾਂ ਸਕੂਲਸ ਦੇ ਬਲੌਗਸ ਆ ਜਾਂਦੇ ਨੇ. ਸਕੂਲਸ ਦੇ ਬਲੌਗ ਦੇ ਵਿੱਚ ਸਕੂਲਸ ਨੇ ਆਪਣੀ ਕਿਸੇ ਵੀ ਚੀਜ਼ ਨੂੰ ਡਿਸਪਲੇ ਕਰਨਾ, ਲਾਈਕ ਅ ਗ੍ਰੇਟ ਵੇ ਫॉर ਟੀਚਰਸ ਐਂਡ ਸਟੂਡੈਂਟਸ ਟੂ ਕੋਲੈਬੋਰੇਟ ਔਨ ਦੀ ਕਲਾਸਰੂਮ ਪ੍ਰੋਜੈਕਟਸ. ਲਾਈਕ ਨੀਚੇ ਜੋ ਮੈਂ ਐਗਜ਼ਾਮਪਲ ਦਿੱਤੀ ਆ, ਦੈਟ ਇਜ਼ ਐਨ ਐਬਰੀਵੇਸ਼ਨ ਔਰ ਵੈਬ ਲਿੰਕ ਆਫ ਦੀ ਬਲੌਗ, ਜਿਹਨੂੰ ਅਸੀਂ ਈ ਬਲੌਗ ਦਾ ਨਾਮ ਦਿੱਤਾ. ਉਹ 'ਚ ਲਿਖ ਉਹ ਜੋ ਫੋਰ ਐਗਜ਼ਾਮਪਲ http://en.wordpress.com. ਇਹ ਕਿਸੇ ਸਕੂਲ ਦਾ ਬਲੌਗ ਆ. ਸਕੂਲ ਦੇ ਬਲੌਗ ਦੇ ਵਿੱਚ ਟੀਚਰਸ ਦੇ ਲਈ ਵੀ ਇੰਪੋਰਟੈਂਟ ਆ, ਸਟੂਡੈਂਟਸ ਦੇ ਲਈ ਵੀ ਇੰਪੋਰਟੈਂਟ ਆ. ਉਹਨਾਂ ਨੇ ਕੋਈ ਡਿਸਪਲੇ ਕਰਨਾ ਆਪਣਾ ਕੋਈ ਵੀ ਮਟੀਰੀਅਲ, ਚਾਹੇ ਉਹ ਕਲਾਸਰੂਮ ਪ੍ਰੋਜੈਕਟ ਦੇ ਉੱਪਰ ਆ, ਚਾਹੇ ਉਹ ਇੰਡੀਵਿਜੂਅਲ ਪ੍ਰੋਜੈਕਟ ਦੇ ਉੱਪਰ, ਮਤਲਬ ਇਨਫੋਰਮੇਸ਼ਨ ਨੂੰ ਸ਼ੇਅਰ ਕਰਨਾ. ਤਾਂ ਜਿਹੜੇ ਸਾਡੇ ਸਕੂਲ ਦੇ ਬਲੌਗਸ ਆ ਉਹਨੂੰ ਅਸੀਂ ਕ੍ਰੀਏਟ ਕਰ ਸਕਦੇ ਨੇ ਇਨਫੋਰਮੇਸ਼ਨ ਸ਼ੇਅਰਿੰਗ ਦੇ ਲਈ. ਐਂਡ ਨੈਕਸਟ ਜਿਹੜੇ ਸਾਡੀ ਬਲੌਗ ਦੀ ਟਾਈਪ ਆ, ਦੈਟ ਇਜ਼ ਪ੍ਰਾਈਵੇਟ. ਬਹੁਤ ਸਾਰੇ ਪਰਸਨਸ ਆ ਜਿਹੜੇ ਆਪਣੇ ਬਲੌਗਸ ਪ੍ਰਾਈਵੇਟ ਬਣਾ ਲੈਂਦੇ ਨੇ, ਉਹਦੇ ਉੱਪਰ ਆਪਣੀਆਂ ਫੋਟੋਜ਼ ਨੂੰ ਸ਼ੇਅਰ ਕਰ ਦਿੰਦੇ ਨੇ, ਇਨਫੋਰਮੇਸ਼ਨ ਆਪਣੀ ਫੈਮਿਲੀ ਦੇ ਨਾਲ ਸ਼ੇਅਰ ਕਰਦੇ ਨੇ, ਕੰਪਨੀਜ਼ ਦੇ ਨਾਲ ਜਾਂ ਸਕੂਲਸ ਦੇ ਨਾਲ. ਉਹ ਵਾਲੇ ਪਰਸਨਸ ਆਪਣੀ ਇਨਫੋਰਮੇਸ਼ਨ ਨੂੰ ਕੀ ਕਰ ਲੈਂਦੇ ਨੇ, ਸ਼ੇਅਰ ਕਰ ਲੈਂਦੇ ਨੇ, ਹੈ ਨਾ. ਨੈਕਸਟ ਜਿਹੜੇ ਸਾਡੇ ਸਪੋਰਟਸ ਦੇ ਬਲੌਗਸ ਹੁੰਦੇ ਨੇ. ਸਪੋਰਟਸ ਦੇ ਬਲੌਗ ਵੀ ਹੈਵ ਗੋਟ ਟੀਮਸ. ਉਹਦੇ 'ਚ ਅਸੀਂ ਐਥਲੀਟਸ ਔਨ ਫੈਨਸ ਯੂਜ਼ਿੰਗ ਬਲੌਗਸ ਟੂ ਐਕਸਪ੍ਰੈਸ ਐਂਡ ਸ਼ੇਅਰ ਦੇਅਰ ਪੈਸ਼ਨ ਫॉर ਦੀ ਵੇਰੀਅਸ ਸਪੋਰਟਸ, ਹੈ ਨਾ. ਇਹਨੂੰ ਐਥਲੀਟਸ ਵੀ ਸਪੋਰਟਸ ਦੇ ਬਲੌਗਸ ਨੂੰ ਬਣਾ ਸਕਦੇ ਨੇ, ਸਪੋਰਟਸ ਦੇ ਫੈਨਸ ਵੀ ਜਿਹੜੇ ਬਣਾ ਸਕਦੇ ਨੇ ਆਪਣੇ ਪੈਸ਼ਨ ਜਾਂ ਨੂੰ ਸ਼ੇਅਰ ਕਰਨ ਦੇ ਲਈ, ਹੈ ਨਾ, ਸਪੋਰਟਸ ਦੇ ਪ੍ਰਤੀ. ਇਹ ਸਾਰੇ ਬਲੌਗਸ ਕੀ ਆ, ਬਣਦੇ ਨੇ. ਦੈਨ ਉਹਦਾ ਨਾਨ ਪ੍ਰੋਫਿਟਸ, ਕੋਈ ਸਾਡੀਆਂ ਫਾਊਂਡੇਸ਼ਨਸ ਆ ਜਾਂ ਚੈਰਿਟੀਜ਼ ਆ ਜਾਂ ਸਾਡੇ ਕੋਲ ਹਿਊਮਨ ਰਾਈਟਸ ਗਰੁੱਪਸ ਆ, ਉਹ ਆਪਣੇ ਬਲੌਗਸ ਬਣਾਉਂਦੇ ਨੇ, ਉਹ ਜੋ ਉਹਨਾਂ ਲਈ ਟੂਲ ਦਾ ਕੰਮ ਕਰਦੇ ਨੇ. ਕਾਹਦੇ ਲਈ? ਅਵੇਅਰਨੈਸ ਰੇਜ਼ ਕਰਨ ਦੇ ਲਈ ਜਾਂ ਮਨੀ ਕਲੈਕਟ ਕਰਨ ਦੇ ਲਈ. ਕਿਹੜੇ ਕੌਜ਼ ਦੇ ਲਈ ਉਹਨਾਂ ਨੇ ਬਲੌਗ ਬਣਾਇਆ, ਤਾਂ ਉਸ ਕੌਜ਼ ਦੇ ਲਈ ਫਿਰ ਲੋਕ ਉਹਨੂੰ ਡੋਨੇਸ਼ਨ ਦਿੰਦੇ ਨੇ, ਤਾਂ ਉਹਨਾਂ ਦੇ ਲਈ ਵੀ ਆਪਣੇ ਬਲੌਗ ਬਣਾਉਂਦੇ ਨੇ. ਬਲੌਗ ਦੇ ਨਾਲ ਆਪਣੀ ਇਨਫੋਰਮੇਸ਼ਨ ਨੂੰ ਦੂਜਿਆਂ ਦੇ ਤੱਕ ਕੀ ਆ, ਪਹੁੰਚਾਉਂਦੇ ਨੇ. ਮੀਨਸ ਇੱਕ ਤਰ੍ਹਾਂ ਦੇ ਨਾਲ ਬਲੌਗ ਆਪਣੀ ਇਨਫੋਰਮੇਸ਼ਨ ਕਿਸੇ ਨੂੰ ਪਹੁੰਚਾਉਣ ਹੁੰਦਾ, ਹੈ ਨਾ. ਐਂਡ ਪੋਲੀਟਿਕਸ
ਮੈਂਬਰਸ ਆਫ ਦੀ ਪਾਰਲੀਮੈਂਟ, ਚਾਹੇ ਪੋਲੀਟੀਕਲ ਪਾਰਟੀਜ਼ ਆ, ਕੋਈ ਗਵਰਨਮੈਂਟ ਏਜੰਸੀਜ਼ ਆ, ਐਂਡ ਐਕਟਿਵਿਸਟ ਜਿਹੜੇ ਬਲੌਗਸ ਨੂੰ ਯੂਜ਼ ਕਰਦੇ ਨੇ ਉਹਨੂੰ ਕਿਹਦੇ ਨਾਲ ਕਨੈਕਟ ਕਰਨ ਦੇ ਲਈ, ਕੌਂਸਟੀਟੂਐਂਸੀਜ਼ ਦੇ ਨਾਲ ਕਨੈਕਟ ਕਰਨ ਦੇ ਲਈ। ਐਂਡ ਮਿਲਟਰੀ ਦੇ ਜਿਹੜੇ ਆਪਣੇ ਵੱਖਰੇ ਬਲੌਗਸ ਬਣੇ ਹੋਏ ਨੇ, ਮੈਂਬਰਸ ਆਫ ਦੀ ਮਿਲਟਰੀ ਬਲੌਗ ਟੂ ਰਿਪੋਰਟ ਵਟ ਦੇ ਸੀ ਐਂਡ ਹੈਪਨਿੰਗ ਇਨ ਵੇਰੀਅਸ ਪਾਰਟਸ ਆਫ ਦੀ ਵਰਲਡਸ ਐਂਡ ਟੂ ਸਟੇ ਇਨ ਟੱਚ ਵਿਦ ਦੇਅਰ ਫੈਮਲੀਜ਼, ਆਪਣੀ ਫੈਮਲੀਜ਼ ਦੇ ਨਾਲ ਉਹ ਦੱਸਣ ਦੇ ਲਈ ਸੀ ਕਿਹੜੇ ਸੰਸਾਰ ਦੇ ਵਿੱਚ ਕੀ ਹੋ ਰਿਹਾ, ਜਾਂ ਆਪਣੀ ਫੈਮਲੀ ਨਾਲ ਟੱਚ ਦੇ ਵਿੱਚ ਰਹਿਣ ਦੇ ਲਈ ਤਾਂ ਮਿਲਟਰੀ ਨੇ ਆਪਣੇ ਕੀ ਵੱਖਰੇ ਬਲੌਗਸ ਬਣਾਏ ਹੁੰਦੇ ਨੇ। ਮੀਨਸ ਇੱਕ ਔਨਲਾਈਨ ਡਾਇਰੀ ਦੀ ਤਰ੍ਹਾਂ ਅਸੀਂ ਇਹਨੂੰ ਕਿਸੇ ਪਰਪਸ ਦੇ ਲਈ ਵੀ ਕੀ ਆ ਯੂਜ਼ ਕਰ ਸਕਦੇ ਹਾਂ। ਐਂਡ ਦੈਨ ਕਮਸ ਐਡਵਾਂਟੇਜਿਸ ਆਫ ਦੀ ਬਲੌਗਸ ਇਨ ਐਜੂਕੇਸ਼ਨ, ਬਿਕੋਜ਼ ਵੀ ਆਰ ਡੀਲਿੰਗ ਵਿਦ ਦੀ ਐਜੂਕੇਸ਼ਨ। ਸੋ ਜਿਹੜੀਆਂ ਐਡਵਾਂਟੇਜਿਸ ਆ ਇਹਨਾਂ ਬਲੌਗਸ ਦੀਆਂ ਕੀ ਆ, ਹੈ ਨਾ। ਤਾਂ ਐਡਵਾਂਟੇਜਿਸ ਪੁਆਇੰਟ ਆਫ ਵਿਊ ਤੋਂ ਅਸੀਂ ਗੱਲ ਕਰਦੇ ਹਾਂ। ਫਸਟ ਐਡਵਾਂਟੇਜਿਸ ਕੀ ਆ, ਇਟਸ ਅ ਡੰਪ ਆਫ ਯੂਅਰ ਨੌਲੇਜ। ਇਹ ਸਾਡੀ ਨੌਲੇਜ ਦਾ ਡੰਪ ਹੁੰਦਾ। ਜਿਹੜਾ ਬਲੌਗ ਆ ਦੈਟ ਇਜ਼ ਅ ਪਰਫੈਕਟ ਐਗਜ਼ਾਮਪਲ ਆਫ ਕਾਦੀ, ਹਾਊ ਟੂ ਕੀਪ ਟਰੈਕ ਆਫ ਵਟ ਯੂ ਲਰਨ। ਯੂ ਕੈਨ ਰਾਈਟ ਦ ਕੀ ਪੁਆਇੰਟਸ ਆਫ ਵਟ ਯੂ ਲਰਨਡ ਟੂਡੇ ਐਂਡ ਰਿਵਿਜ਼ਟ ਦੈਨ ਆਫਟਰ ਮੰਥ ਔਰ ਆਫਟਰ 1 ਈਅਰ। ਤੁਸੀਂ ਅੱਜ ਕੀ ਲਿਖਿਆ ਤੁਸੀਂ ਉਹਨੂੰ ਸਾਲ ਬਾਅਦ ਜਾਂ 1 ਮਹੀਨੇ ਬਾਅਦ ਜਾਂ 2 ਮਹੀਨੇ ਬਾਅਦ ਦੇਖ ਸਕਦੇ ਹੋ। ਸੈਕੰਡਲੀ ਇਟ ਫੋਰਸ ਯੂ ਟੂ ਆਸਕ ਕੁਐਸਚਨਸ, means when you are learning by doing you will encounter difficulties and concepts that were not obvious at first. When you write down your thoughts you will be addressing these concerns, offering solutions and tips to your readers. Thirdly, it gives motivation mildi a, like example reading one of the most challenging books on the computer science, the motivation the source of blogs. Next, it shows what you are able to do. When you are not just learning a subject, you don't want to show the world your mistake right. So what the point of blogging about it, because it shows you are a real person and you're willing to expand and improve your knowledge. Makes learning independent of time and space. It encourage learners to be active. Learners ਨੂੰ ਵੀ ਐਕਟਿਵ ਰਹਿਣ ਦੇ ਲਈ ਬਲੌਗ ਕੀ ਕਰਦੇ ਨੇ, ਪ੍ਰੇਰਿਤ ਕਰਦੇ ਨੇ। It helps a learner to improve their writing competencies. And lastly, it captures change in thinking. That is all about social networking sites and the blog. Thank you.